ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਗੂ ਐਜੂਕੇਸ਼ਨ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਣੇ ਰਾਜਨੀਤੀ ਦੇ 78 ਸਵਾਲ ਹੈ ਜਿਨ੍ਹਾਂ ਦਾ ਆਪਾਂ ਟੈਸਟ ਕਰਾਂਗੇ। ਸਭ ਤੋਂ ਪਹਿਲਾ ਸਵਾਲ, ਪਹਿਲੀ ਵਾਰ ਈਸਟ ਇੰਡੀਆ ਕੰਪਨੀ ਨੂੰ ਰਾਜਨੀਤਿਕ ਤੇ ਪ੍ਰਸ਼ਾਸਨਿਕ ਕੰਮਾਂ ਦੀ ਮਾਨਤਾ ਕਿਸ ਐਕਟ ਰਾਹੀਂ ਮਿਲੀ? 1833 ਈਸਵੀ ਦਾ ਚਾਰਟਰਡ ਅਧਿਨਿਯਮ ਜਾਂ ਫਿਰ 1773 ਈਸਵੀ ਦਾ ਰੈਗੂਲੇਟਿੰਗ ਐਕਟ, 1853 ਦਾ ਚਾਰਟਰਡ ਅਧਿਨਿਯਮ, 1861 ਦਾ ਭਾਰਤ ਪਰਿਸ਼ਦ ਅਧਿਨਿਯਮ। ਦੇਖੋ ਇਸ ਦਾ ਕੀ ਉੱਤਰ ਆਏਗਾ। ਇਹ ਇਤਿਹਾਸ ਦਾ ਵੀ ਸਵਾਲ ਬਣਦਾ, ਕਈ ਵਾਰ ਪਹਿਲਾ ਪ੍ਰਸ਼ਨ ਹੀ ਆ ਜਾਂਦਾ ਇਤਿਹਾਸ ਦੇ ਵਿੱਚ ਵੀ। ਕੰਪਨੀ ਭਾਰਤ ਦੇ ਵਿੱਚ ਆਈ ਸੀ, ਵਪਾਰ ਕਰਨ ਲੱਗੀ, ਉਸ ਨੂੰ ਕੰਟਰੋਲ ਕਰਨ ਦੇ ਲਈ ਇੰਗਲੈਂਡ ਨੇ ਅਧਿਨਿਯਮ ਬਣਾਏ ਸੀ। ਭਾਰਤ ਦੇ ਵਿੱਚ ਕੰਪਨੀ ਨੂੰ ਕੰਟਰੋਲ ਕਰਨ ਦਾ ਇੰਗਲੈਂਡ ਨੇ ਪਹਿਲਾ ਯਤਨ ਕੀਤਾ ਸੀ ਇਸ ਐਕਟ ਰਾਹੀਂ। ਇਸ ਦਾ ਸਹੀ ਉੱਤਰ 1773 ਈਸਵੀ ਦਾ ਰੈਗੂਲੇਟਿੰਗ ਐਕਟ, ਕੰਪਨੀ ਨੂੰ ਕੰਟਰੋਲ ਕਰਨ ਦਾ ਪਹਿਲਾ ਯਤਨ ਸੀ ਇਹ। ਕਿਹੜੇ ਐਕਟ ਰਾਹੀਂ ਬੰਗਾਲ ਦੇ ਗਵਰਨਰ ਨੂੰ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ? 1853 ਦਾ ਚਾਰਟਰਡ ਐਕਟ, 1858 ਦਾ ਚਾਰਟਰਡ ਐਕਟ, 73 ਦਾ ਰੈਗੂਲੇਟਿੰਗ ਐਕਟ ਜਾਂ ਫਿਰ 1873 ਦਾ ਅਧਿਨਿਯਮ। ਇਹ ਥੋੜ੍ਹਾ ਜਿਹਾ ਸਮਝ ਲਵੋ, ਉੱਤਰ ਬਾਅਦ 'ਚ ਕਰ ਲੈਣਾ। ਗਵਰਨਰ ਸੀ ਪਹਿਲਾਂ, ਫਿਰ ਬਣੇ ਗਵਰਨਰ ਜਨਰਲ। ਇਹ ਸੀ ਈਸਟ ਇੰਡੀਆ ਕੰਪਨੀ ਦਾ ਜਦੋਂ ਸਿੱਧਾ ਬ੍ਰਿਟਿਸ਼ ਕਰਾਊਨ ਦਾ, ਇੰਗਲੈਂਡ ਦੀ ਮਹਾਰਾਣੀ ਦਾ ਰਾਜ ਹੋ ਗਿਆ, ਫਿਰ ਵਾਇਸਰਾਏ ਬਣ ਗਏ। ਇੰਗਲੈਂਡ ਦਾ ਰਾਜ ਹੋ ਗਿਆ, ਬ੍ਰਿਟਿਸ਼ ਕਰਾਊਨ ਦੇ ਅਧੀਨ ਹੋ ਗਿਆ। ਇਹ ਸੈਕਟਰੀਏਟ ਰਾਹੀਂ ਸੰਬੰਧਿਤ ਰਾਜ ਸੀਗਾ। ਹੁਣ ਤੁਸੀਂ ਇਤਿਹਾਸ ਦੇ ਵਿੱਚ ਪਹਿਲਾ ਗਵਰਨਰ, ਆਖਰੀ ਗਵਰਨਰ, ਪਹਿਲਾ ਗਵਰਨਰ ਜਨਰਲ, ਆਖਰੀ ਗਵਰਨਰ ਜਨਰਲ, ਵਾਇਸਰਾਏ, ਆਖਰੀ ਵਾਇਸਰਾਏ, ਇਹ ਪ੍ਰਸ਼ਨ ਆ ਜਿਹੜੇ ਚੰਗੀ ਤਰ੍ਹਾਂ ਯਾਦ ਕਰ ਲੈਣਾ। ਦੇਖੋ ਕਿਹੜਾ ਐਕਟ ਸੀ ਜਿਹਦੇ ਨਾਲ ਬੰਗਾਲ ਦੇ ਗਵਰਨਰ ਨੂੰ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ? ਇਸ ਦਾ ਸਹੀ ਉੱਤਰ 1773 ਈਸਵੀ ਦਾ ਰੈਗੂਲੇਟਿੰਗ ਐਕਟ। ਇਹ ਰਾਜਨੀਤੀ ਵਿੱਚ ਆ ਜਾਂਦੇ ਆ ਸਵਾਲ। 1935 ਦਾ ਭਾਰਤ ਸ਼ਾਸਨ ਅਧਿਨਿਯਮ ਵਿੱਚ ਅਨੁਛੇਦ ਤੇ ਅਨੁਸੂਚੀਆਂ ਸਨ। ਜਿਹੜਾ ਆਪਾਂ 1935 ਦਾ ਕਰਦੇ ਹਾਂ ਸੰਵਿਧਾਨ, ਉਹਦੇ ਵਿੱਚ ਕਿੰਨੇ ਅਨੁਛੇਦ ਤੇ ਕਿੰਨੀਆਂ ਅਨੁਸੂਚੀਆਂ ਸੀ? 400 ਅਨੁਛੇਦ 12 ਅਨੁਸੂਚੀਆਂ, 395 ਅਨੁਛੇਦ 10 ਅਨੁਸੂਚੀਆਂ, 321 ਅਨੁਛੇਦ 10 ਅਨੁਸੂਚੀਆਂ ਜਾਂ ਫਿਰ 444 ਅਨੁਛੇਦ ਤੇ 10 ਅਨੁਸੂਚੀਆਂ। ਇਸ ਦਾ ਸਹੀ ਉੱਤਰ 1935 ਵਾਲੇ ਦੇ ਵਿੱਚ 321 ਅਨੁਛੇਦ ਤੇ 10 ਅਨੁਸੂਚੀਆਂ ਸੀ। ਸੰਵਿਧਾਨ ਦਾ ਨਿਰਮਾਣ ਕਰਨ ਵਾਲੀ ਸਭਾ ਦਾ ਗਠਨ ਕਿਹੜੇ ਸਾਲ ਕੀਤਾ ਗਿਆ ਸੀ? ਇਹ ਸਵਾਲ ਆ ਜਾਂਦਾ, ਸੌਖਾ ਸਵਾਲ ਹੈ। 44 ਵਿੱਚ, 42 ਵਿੱਚ, 45 ਜਾਂ ਫਿਰ 46 ਦੇ ਵਿੱਚ। ਜਿਸ ਸਭਾ ਨੇ ਨਿਰਮਾਣ ਕਰਨਾ ਸੀ ਸੰਵਿਧਾਨ ਦਾ, ਉਹਦਾ ਗਠਨ ਕਿਹੜੇ ਸਾਲ ਕਰ ਲਿਆ ਗਿਆ ਸੀ? ਇਸ ਦਾ ਸਹੀ ਉੱਤਰ 1946 ਈਸਵੀ ਦੇ ਵਿੱਚ। 4 4 ਘੱਟ 50। ਸੰਵਿਧਾਨ ਸਭਾ ਲਈ ਬ੍ਰਿਟਿਸ਼ ਪ੍ਰਾਂਤਾਂ ਵਿੱਚੋਂ ਕਿੰਨੇ ਪ੍ਰਤੀਨਿਧੀ ਚੁਣੇ ਗਏ ਸਨ? ਅੰਗਰੇਜ਼ੀ ਰਾਜ ਦੇ ਅਧੀਨ ਸੀ ਜਿਹੜੇ, ਉੱਥੋਂ ਕਿੰਨੇ ਪ੍ਰਤੀਨਿਧੀ ਚੁਣ ਕੇ ਆਏ ਸੀ? 292, 15, 93 ਜਾਂ ਫਿਰ 293। ਕੁੱਲ 301 ਘੱਟ 90 99 ਸੀ। ਕਾਂਗਰਸ ਦੇ 208 ਸੀ, ਮੁਸਲਿਮ ਲੀਗ ਦੇ ਜ਼ਿਆਦਾਤਰ ਪੁੱਛੇ ਜਾਂਦੇ ਆ, 73 ਸੀ। ਇਸ ਦਾ ਸਹੀ ਉੱਤਰ 292 ਬ੍ਰਿਟਿਸ਼ ਪ੍ਰਾਂਤਾਂ ਦੇ ਵਿੱਚੋਂ ਆਏ ਸੀ। ਭਾਰਤ ਦਾ ਬਟਵਾਰਾ ਹੋਣ ਤੋਂ ਬਾਅਦ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਤੈਅ ਕੀਤੀ ਗਈ ਸੀ? 3 ਜੂਨ 1947 ਨੂੰ ਤੈਅ ਕਰ ਲਈ ਗਈ ਸੀ। 236, 324, 99, 4। ਇਸ ਦਾ ਸਹੀ ਉੱਤਰ, ਤੁਹਾਨੂੰ ਸਮਾਂ ਲੱਗੇ ਤਾਂ ਵੀਡੀਓ ਰੋਕ ਲਿਆ ਕਰਨਾ, ਆਪਾਂ ਬਸ 2 ਜਾਂ 3 ਸਕਿੰਟ ਦੇ ਵਿੱਚ ਨਿਬੇੜਾਂਗੇ। ਉੱਤਰ ਕਰ ਲਿਆ ਕਰਾਂਗੇ ਵੀਡੀਓ, ਕਿਉਂਕਿ 78 ਸਵਾਲ ਆ, ਕਾਫੀ ਸਮਾਂ ਲੱਗੇਗਾ।
ਫਿਰ ਵੀਡੀਓ ज़्यादा लंबी हो जाती है। 324 ਕੇਂਦਰ ਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਕਿਸ ਅਨੁਸੂਚੀ ਵਿੱਚ ਵਰਣਿਤ ਹੈ? ਇਹ ਸਵਾਲ ਪੁੱਛਿਆ ਜਾਂਦਾ। ਦੂਜੀ ਅਨੁਸੂਚੀ, ਪਹਿਲੀ ਅਨੁਸੂਚੀ, 9ਵੀਂ ਜਾਂ ਫਿਰ 7ਵੀਂ ਅਨੁਸੂਚੀ? ਕੇਂਦਰ ਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਕਿਹੜੀ ਅਨੁਸੂਚੀ ਵਿੱਚ ਦਿੱਤੀ ਗਈ ਹੈ? इसका सही उत्तर है उत्तर नंबर साडा 4, 7वीं अनुसूची। 8वां प्रश्न देखो, मौलिक अधिकार संविधान के किहड़े भाग विच है? 22वें भाग विच, तीजे भाग विच, दूजे जां फिर चौथे भाग दे विच अधिकार मिले हुए आपां नूं? इसका सही उत्तर मौलिक अधिकार मिलते आपां नूं संविधान के भाग 4 दे विच। विदेश विच पैदा होने वाला बच्चा भारत का नागरिक होवेगा किहड़ी शर्त उपर? पिता भारतीय नागरिक है तां, माता भारतीय नागरिक है तां, जे माता पिता दोनों भारतीय नागरिक होण फिर, जां फिर माता ते पिता विचों कोई एक जना भारत का नागरिक होवे तां। नागरिकता नाल सवाल आएगा जरूर एक अद्धा। इसका सही उत्तर कोई एक माता या पिता विचों एक जना भारत का वासी होवे तो उसका बच्चा जिहड़ा भारत की नागरिकता लै सकदा अपनी मर्जी नाल 18 सालों तक। जिहड़े भी देश, कई बारी 2 देशों के विचों जिहड़े भी देश विच उहने नागरिकता लैनी है। मौजूदा समय भारत विच किन्नियां हाई कोर्ट अदालतां हन? ये अगे करांगे सवाल, और नवीं हाई कोर्ट बनी है एक। अगला सवाल देखो, संसद द्वारा राज सूची के विषयों उपर कानून बनाने की शक्ति का वर्णन किस अनुच्छेद विच मिलता आपां नूं? संसद है जिहड़ी वो राज सूची के विषय उपर भी जाके कानून बना सकती है 1 साल के लिए, तो 1 साल कर करके कई बार उसनूं वधा सकती है। किहड़ा अनुच्छेद शक्ति दिंदा है केंद्र नूं? 249, 243 का भाग पहला, अनुच्छेद 108 या फिर 395? संसद कानून बना सकती है राज सूची के विषयों पर अनुच्छेद 249 के हिसाब नाल। सरकारीय आयोग का संबंध है पंचायती शक्तियां दे नाल, हाई कोर्ट के जजां की नियुक्ति नाल, केंद्र ते राज्यां के संबंधां नाल, ते जां फिर ये सारे? RS सरकारीया सी, पूरा नाम भी याद कर लेना। ये आयोग बनया, ध्यान रखना 1983 ਦੇ ਵਿੱਚ ਬਾਅਦ ਚ कर लेना उत्तर। 1983 ਦੇ ਵਿੱਚ ਇਹ ਆਯੋਗ ਬਣਿਆ, 4 ਸਾਲ ਲੱਗੇ ਇਹਨੂੰ ਆਪਣਾ ਕੰਮ ਕਰਨ ਦੇ ਵਿੱਚ। 87 ਦੇ ਵਿੱਚ ਇਹਨੇ ਆਪਣੀਆਂ ਸਿਫਾਰਸ਼ਾਂ ਜਿਹੜੀਆਂ ਲਾਗੂ ਕੀਤੀਆਂ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਹੋਣਾ ਚਾਹੀਦਾ। 247 ਸਿਫਾਰਸ਼ਾਂ ਦਿੱਤੀਆਂ ਇਹਨੇ, ਤੇ ਅੱਗੇ ਜਾ ਕੇ ਅਗਲੇ ਸਾਲ 1988 ਦੇ ਵਿੱਚ ਫਿਰ ਸਰਕਾਰੀ ਆਯੋਗ ਨੂੰ ਲਾਗੂ ਕਰ ਦਿੱਤਾ ਗਿਆ ਸੀ। ਹੁਣ ਦੇਖੋ ਕੀ ਉੱਤਰ ਆਵੇਗਾ। ਇਹਦਾ ਸਹੀ ਉੱਤਰ ਹੈ केंद्र ते राज्यां दे संबंधां उपर काम किया सरकारी आयोग ने। योजना आयोग नूं समाप्त करने की घोषणा कदों की गई सी? ये नवें सवाल है। 15 अगस्त 2014 नूं, 26 जनवरी 2014 नूं, 15 अगस्त 2019, 26 जनवरी 2019? ये नरेंद्र मोदी ने आयोग आ जिहड़ा पहला योजना आयोग सी ਉਹਦੀ काफ़ी ज़्यादा आलोचना की अपने भाषण विच, ते अगले ही साल उसनूं खत्म करन दा मतलब प्लैन बनाया, तो ਉਹਦੀ ਥਾਂ ते नीति आयोग लैके आए। पहला योजना आयोग का भी आपां नूं इतिहास पता होना चाहिए, फिर हुण नीति आयोग का भी। ਉਹਦੀ आलोचना की सी। पूरा नाम जिहड़ा ये नीति आयोग लिआंदा योजना आयोग नूं बंद करके नैशनल इंस्टीट्यूशन फॉर ट्रांसफार्मिंग इंडिया NITI। ये देखो भी समाप्त कदों किया गया सी योजना आयोग? अगस्त सी 15 ते 2014 ਦੇ ਵਿੱਚ ਆਉਣ ਸਾਰ ਹੀ ਇਸ ਨੂੰ ਬੰਦ ਕਰ ਦਿੱਤਾ ਸੀ। ਇਹਦੀ ਥਾਂ ਤੇ ਲਿਆਂਦਾ ਨੀਤੀ ਆਯੋਗ। ਨੀਤੀ ਆਯੋਗ ਇੱਕ ਥਿੰਕ ਟੈਂਕ ਆ ਸਰਕਾਰ ਦਾ ਜੋ ਨਵੀਆਂ ਸਕੀਮਾਂ ਬਣਾ ਕੇ ਦਿੰਦਾ ਸਰਕਾਰਾਂ ਨੂੰ। 1 ਜਨਵਰੀ 2015 ਤੋਂ
ਮੰਤਰੀ ਮੰਡਲ ਦੇ ਪ੍ਰਸਤਾਵ ਦੇ ਨਾਲ ਨੀਤੀ ਆਯੋਗ ਆ ਜਿਹੜਾ ਬਣ ਗਿਆ ਸੀ। 15 ਅਗਸਤ 2019 ਦੇ ਵਿੱਚ ਇਹਨੂੰ ਆਪਣਾ 14 ਦੇ ਵਿੱਚ 15 ਅਗਸਤ 2014 ਦੇ ਵਿੱਚ ਯੋਜਨਾ ਆਯੋਗ ਨੂੰ ਬੰਦ ਕਰਕੇ ਨੀਤੀ ਆਯੋਗ ਲਿਆਉਣ ਦੀ ਗੱਲ ਕੀਤੀ ਗਈ ਤੇ ਅਗਲੇ ਸਾਲ 1 ਜਨਵਰੀ 2015 ਦੇ ਵਿੱਚ ਜਿਹੜਾ ਨੀਤੀ ਆਯੋਗ ਮੰਤਰੀ ਮੰਡਲ ਦੇ ਪ੍ਰਸਤਾਵ ਨਾਲ ਹੋਂਦ ਵਿੱਚ ਆ ਗਿਆ। ਨੀਤੀ ਆਯੋਗ ਦਾ ਅਧਿਅਕਸ਼ ਕੌਣ ਹੁੰਦਾ ਹੈ? ਜਿਵੇਂ ਯੋਜਨਾ ਆਯੋਗ ਦਾ ਹੁੰਦਾ ਸੀ ਉਹੀ ਤਰੀਕਾ ਇੱਥੇ ਆ। ਨੀਤੀ ਆਯੋਗ ਦਾ ਅਧਿਅਕਸ਼ ਕੌਣ ਹੁੰਦਾ ਹੈ? ਰਾਸ਼ਟਰਪਤੀ, ਲੋਕ ਸਭਾ ਦਾ ਸਪੀਕਰ, ਪ੍ਰਧਾਨ ਮੰਤਰੀ ਆਪ ਜਾਂ ਫਿਰ ਸੁਪਰੀਮ ਕੋਰਟ ਦਾ ਜੱਜ। ਨੀਤੀ ਆਯੋਗ ਦੇ ਸਵਾਲ ਜ਼ਰੂਰ ਕਰ ਲੈਣਾ ਚੰਗੀ ਤਰ੍ਹਾਂ। ਇਸ ਦਾ ਸਹੀ ਉੱਤਰ ਪ੍ਰਧਾਨ ਮੰਤਰੀ ਆਪ ਹੁੰਦਾ ਇਸ ਦਾ ਅਧਿਅਕਸ਼ ਨੀਤੀ ਆਯੋਗ ਦਾ। ਨੀਤੀ ਆਯੋਗ ਆਪਾਂ ਕੀਤਾ ਹੈ ਪਹਿਲਾਂ ਸੀ ਯੋਜਨਾ ਆਯੋਗ, ਜਿਸ ਦਾ ਪਹਿਲਾ ਉਪ ਅਧਿਅਕਸ਼ ਮਤਲਬ ਯੋਜਨਾ ਆਯੋਗ ਜਦੋਂ ਬਣਿਆ ਸੀ ਉਹਦਾ ਉਪ ਅਧਿਅਕਸ਼, ਕਿਉਂਕਿ ਉਦੋਂ ਜਿਹੜਾ ਪ੍ਰਧਾਨ ਮੰਤਰੀ ਸੀ ਜਵਾਹਰ ਲਾਲ ਨਹਿਰੂ ਉਹ ਤਾਂ ਅਧਿਅਕਸ਼ ਹੋਵੇਗਾ। ਜਦੋਂ ਯੋਜਨਾ ਆਯੋਗ ਬਣਿਆ ਉਦੋਂ ਉਪ ਅਧਿਅਕਸ਼ ਸੀ ਗੁਲਜ਼ਾਰੀ ਲਾਲ ਨੰਦਾ। ਇਸ ਸਮੇਂ ਜਿਹੜਾ ਯੋਜਨਾ ਆਯੋਗ ਹੈ 15 ਮਾਰਚ 1950 ਨੂੰ ਸਥਾਪਿਤ ਕੀਤਾ ਸੀ, ਉਦੋਂ ਸਥਾਪਿਤ ਕੀਤਾ ਸੀ ਤੇ 14 ਵਿੱਚ ਸਮਾਪਤ ਕਰਨ ਦੀ ਘੋਸ਼ਣਾ ਹੋਈ ਤੇ 2015 ਦੇ ਵਿੱਚ ਸਮਾਪਤ ਹੋ ਗਿਆ। ਪ੍ਰਧਾਨ ਮੰਤਰੀ ਇਸ ਦਾ ਅਧਿਅਕਸ਼ ਹੁੰਦਾ ਸੀ ਯੋਜਨਾ ਆਯੋਗ ਦਾ। ਹੁਣ ਨੀਤੀ ਆਯੋਗ ਦਾ ਵੀ ਜਿਹੜਾ ਅਧਿਅਕਸ਼ ਆ ਉਹ ਕੌਣ ਹੈ? ਪ੍ਰਧਾਨ ਮੰਤਰੀ ਆਪ ਹੁੰਦਾ। ਕੋਈ ਫਰਕ ਨਹੀਂ ਇਹਦੇ ਵਿੱਚ, ਬਸ ਨਾਮ ਬਦਲ ਦਿੱਤਾ ਗਿਆ। ਹੁਣ ਵੀ ਉਹੀ ਕੁਝ ਹੈ। ਹੁਣ ਨੀਤੀ ਆਯੋਗ ਸਰਕਾਰ ਦਾ ਥਿੰਕ ਟੈਂਕ ਹੈ ਜੋ ਸੋਚਦਾ ਹੈ, ਜੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਸ਼ਿਆਂ ਦੇ ਉੱਪਰ ਕੇਂਦਰ ਸਰਕਾਰ ਨੂੰ ਤੇ ਰਾਜਾਂ ਨੂੰ ਵੀ ਤਕਨੀਕੀ ਸਲਾਹ ਦਿੰਦਾ ਹੈ। ਨੀਤੀ ਆਯੋਗ ਮਤਲਬ ਪਲੈਨਿੰਗ ਕਮਿਸ਼ਨ। ਪਲੈਨਿੰਗ ਕਮਿਸ਼ਨ। ਇਸ ਤਰ੍ਹਾਂ ਦੇ ਸਵਾਲ ਜ਼ਰੂਰ ਚੰਗੀ ਤਰ੍ਹਾਂ ਯਾਦ ਕਰ ਲੈਣਾ। 15 ਜੂਨ 2022 ਨੀਤੀ ਆਯੋਗ। ਹੁਣ ਪ੍ਰੈਜ਼ੀਡੈਂਟ ਇਹਦਾ ਜਿਹੜਾ ਮੁਖੀ ਆ ਨਰਿੰਦਰ ਮੋਦੀ ਆਪ ਆ ਇਸ ਵਕਤ। ਵਾਈਸ ਪ੍ਰੈਜ਼ੀਡੈਂਟ ਸੁਮਨ ਕੇ ਬੇਰੀ। ਉਪ ਅਧਿਅਕਸ਼ ਜਿਹੜਾ ਜਦੋਂ ਇਹ ਬਣਿਆ ਸੀਗਾ ਨੀਤੀ ਆਯੋਗ, ਇਹਦਾ ਜਿਹੜਾ ਪਹਿਲਾ ਉਪ ਅਧਿਅਕਸ਼ ਬਣਾਇਆ ਗਿਆ ਸੀ ਰਾਜੀਵ ਕੁਮਾਰ ਨੂੰ ਬਣਾਇਆ ਗਿਆ ਸੀ, ਜਿਸ ਨੇ ਅਸਤੀਫਾ ਦੇ ਦਿੱਤਾ ਤੇ ਹੁਣ ਹੈ ਸੁਮਨ ਕੇ ਬੇਰੀ। ਪੇਪਰ ਵੇਲੇ ਤੁਸੀਂ ਦੇਖ ਲੈਣਾ ਜੇ ਨਾ ਬਦਲੇ ਤਾਂ ਕੁਝ। ਵਿੱਤ ਆਯੋਗ ਦਾ ਗਠਨ। ਇਹ ਵਿੱਤ ਆਯੋਗ ਹੈ। ਵਿੱਤ ਆਯੋਗ ਦਾ ਗਠਨ ਕਰਨ ਦਾ ਅਧਿਕਾਰ ਕਿਸ ਦੇ ਕੋਲ ਹੁੰਦਾ ਹੈ? ਰਾਸ਼ਟਰਪਤੀ ਕੋਲ, ਪ੍ਰਧਾਨ ਮੰਤਰੀ ਕੋਲ, ਵਿੱਤ ਮੰਤਰੀ, ਲੋਕ ਸਭਾ ਦੇ ਸਪੀਕਰ ਕੋਲ। ਵਿੱਤ 280 ਦੇ ਵਿੱਚ ਗੱਲ ਕੀਤੀ ਗਈ ਹੈ ਵਿੱਤ ਆਯੋਗ ਦੀ। ਕਿਹਦੇ ਕੋਲ ਅਧਿਕਾਰ ਹੈ ਇਸ ਦਾ ਗਠਨ ਕਰਨ ਦਾ? ਇਸ ਦਾ ਸਹੀ ਉੱਤਰ ਹੈ ਰਾਸ਼ਟਰਪਤੀ ਕੋਲ। ਜੇਕਰ ਇਹ ਸਵਾਲ ਤੁਹਾਡੇ ਠੀਕ ਜਾ ਰਹੇ ਆ 15 ਦੇ 15 ਤਾਂ ਤੁਹਾਡੀ ਤਿਆਰੀ ਬਿਲਕੁਲ ਠੀਕ ਆ। ਜੇਕਰ ਇਹ ਸਵਾਲ ਹੀ 15ਵਾਂ ਵੀ ਗਲਤ ਜਾ ਰਿਹਾ ਤਾਂ ਮਤਲਬ ਤੁਸੀਂ ਅਜੇ ਇੱਕ ਅੱਧੀ ਕਿਤਾਬ ਹੀ ਪੜ੍ਹ ਰਹੇ ਹੋ ਵਾਰ-ਵਾਰ। ਆਯੋਗ ਦਾ ਗਠਨ 281 ਅਨੁਛੇਦ ਵਿੱਚ ਕੀਤਾ ਗਿਆ। ਉਹਦੇ ਅਨੁਸਾਰ ਰਾਸ਼ਟਰਪਤੀ ਆਯੋਗ ਦੀਆਂ ਸਿਫਾਰਸ਼ਾਂ ਜਿਹੜੀਆਂ ਸੰਸਦ ਦੇ ਸਦਨ ਵਿੱਚ ਪੇਸ਼ ਕਰਦਾ ਹੈ। ਰਾਜ ਵਿੱਤ ਆਯੋਗ ਆ ਜਿਹੜਾ ਉਹ 243(1) ਆ। ਉਹ ਆਪਾਂ ਕੇਂਦਰ ਦੀ ਗੱਲ ਕਰ ਰਹੇ ਸੀ ਉੱਪਰ। ਵਿੱਤ ਆਯੋਗ ਰਾਜਾਂ ਵਿੱਚ ਵੀ ਹੁੰਦੇ ਆ ਵਿੱਤ ਆਯੋਗ, ਉਹਦੀ ਗੱਲ ਕੀਤੀ ਗਈ ਆ 243(1) ਦੇ ਵਿੱਚ। ਅਗਲਾ ਪ੍ਰਸ਼ਨ ਦੇਖੋ, ਸੰਘ ਲੋਕ ਸੇਵਾ ਆਯੋਗ ਦੀ ਸਥਾਪਨਾ ਕਦੋਂ ਹੋਈ? 1919, 1930, 1926, 2002। ਵਿਧੀ ਆਯੋਗ ਇਹ ਆਪਾਂ ਬਾਅਦ 'ਚ ਕਰਦੇ ਹਾਂ। ਸੰਘ ਲੋਕ ਸੇਵਾ ਆਯੋਗ ਦੀ ਸਥਾਪਨਾ ਦੇਖੋ। ਇਸ ਦਾ ਜੋ ਸਹੀ ਉੱਤਰ ਹੈ 1926 ਦੇ ਵਿੱਚ। ਇਹ 26 ਹੈ। 1926 ਦੇ ਵਿੱਚ ਸਥਾਪਨਾ ਹੋਈ ਸੰਘ ਲੋਕ ਸੇਵਾ ਦੀ। ਫਿਰ ਵਿਧੀ ਆਯੋਗ ਆਇਆ 1924 ਦੀਆਂ ਸਿਫਾਰਸ਼ਾਂ ਵਿੱਚ ਗੱਲ ਕੀਤੀ ਗਈ ਸੀ
ਸੰਘ ਲੋਕ ਸੇਵਾ ਆਯੋਗ ਲਿਆਉਣ ਦੀ। ਬਸ ਤੁਸੀਂ ਯਾਦ ਰੱਖਣਾ 1926 ਦੇ ਵਿੱਚ ਸੰਘ ਲੋਕ ਸੇਵਾ ਆਯੋਗ ਆ ਜਿਹੜਾ ਇਹਦੀ ਸਥਾਪਨਾ ਹੋਈ ਸੀ। ਵੈਸੇ ਇਸ ਤਰ੍ਹਾਂ ਦਾ ਸਵਾਲ ਨਹੀਂ ਆਉਂਦਾ ਤੁਹਾਨੂੰ। ਸਭ ਤੋਂ ਜਿਹੜੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਆ ਉਹਨਾਂ ਦਾ ਲਿੰਕ ਤੁਹਾਨੂੰ ਨੀਚੇ ਦੇਵਾਂਗਾ। ਆਪਾਂ ਇੱਕ ਇੱਕ ਵਿਸ਼ੇ ਨਾਲ, ਰਾਸ਼ਟਰਪਤੀ ਨਾਲ ਸੰਬੰਧਿਤ ਤੁਹਾਨੂੰ ਕਿਸੇ ਕਿਤਾਬ ਦੇ ਵਿੱਚ 10 ਜਾਂ 15 ਤੋਂ ਵੱਧ ਪ੍ਰਸ਼ਨ ਨਹੀਂ ਮਿਲਣਗੇ, ਪਰ ਆਪਾਂ 70 60 ਸਵਾਲ ਕੀਤੇ ਹੋਏ ਆ ਪ੍ਰਧਾਨ ਮੰਤਰੀ ਦੇ, ਰਾਜਪਾਲ ਦੇ, ਸੁਪਰੀਮ ਕੋਰਟ ਦੇ। ਹਰ ਇੱਕ ਵਿਸ਼ੇ ਨਾਲ ਸੰਬੰਧਿਤ ਵੱਧ ਤੋਂ ਵੱਧ ਜਿੰਨੇ ਵੀ ਪ੍ਰਸ਼ਨ ਬਣ ਸਕਦੇ ਸੀ ਉਹ ਬਣਾਇਆ, ਸਿਰਫ ਇੱਕ ਪ੍ਰਸ਼ਨ ਛੱਡ ਕੇ ਜਿਹੜਾ ਮੌਜੂਦਾ ਸਮੇਂ ਹੁੰਦਾ ਕਰੰਟ ਅਫੇਅਰ ਨਾਲ ਸੰਬੰਧਿਤ। ਉਹ ਵੀਡੀਓ ਦਾ ਲਿੰਕ ਤੁਹਾਨੂੰ ਦਿੱਤਾ ਹੋਇਆ, ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ, ਉਸ ਤੋਂ ਬਾਹਰ ਸਵਾਲ ਨਹੀਂ ਆਏਗਾ। ਰਾਜਨੀਤੀ ਉੱਪਰ ਨਿਰਭਰ ਕਰਦਾ ਤੁਹਾਡਾ ਨੰਬਰ ਆਉਣਾ। ਇਤਿਹਾਸ ਦਾ ਵਿਸ਼ਾ ਥੋੜ੍ਹਾ ਜਿਹਾ ਵਿਸ਼ਾਲ ਹੈ, ਰਾਜਨੀਤੀ ਦੀ ਤਿਆਰੀ 8-10 ਦਿਨਾਂ ਦੇ ਵਿੱਚ ਹੋ ਜਾਂਦੀ ਹੈ। ਇਹਦੇ ਵਿੱਚ 75 ਦੇ ਵਿੱਚੋਂ ਜੇਕਰ ਤੁਹਾਡੇ 68-70 ਨੰਬਰ ਜੇਕਰ ਆ ਜਾਂਦੇ ਆ ਅਤੇ ਇਤਿਹਾਸ ਦੇ 1-2 ਗਲਤ ਵੀ ਹੋ ਜਾਂਦੇ ਆ ਸਨ ਕਰਕੇ, ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ। ਰਾਜ ਸੇਵਾ ਆਯੋਗ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ? ਇਹ ਰਾਜਾਂ ਦੀ ਗੱਲ ਹੋ ਗਈ। ਪ੍ਰਧਾਨ ਮੰਤਰੀ, ਰਾਸ਼ਟਰਪਤੀ, ਰਾਜਪਾਲ, ਹਾਈ ਕੋਰਟ। ਇਸ ਦਾ ਸਹੀ ਉੱਤਰ ਉੱਪਰ ਦੀ ਤਰ੍ਹਾਂ ਹੀ ਆ, ਉੱਪਰ ਰਾਸ਼ਟਰਪਤੀ ਹੈ ਤਾਂ ਥੱਲੇ ਹੋਏਗਾ ਰਾਜਪਾਲ। ਰਾਜ ਸੇਵਾ ਆਯੋਗ ਦੇ ਮੈਂਬਰਾਂ ਨੂੰ ਰਾਜਪਾਲ ਹਟਾ ਨਹੀਂ ਸਕਦਾ, ਨਿਯੁਕਤੀ ਕਰਦਾ ਪਰ ਹਟਾ ਨਹੀਂ ਸਕਦਾ। ਅਨੁਛੇਦ 317 ਤਹਿਤ ਸੁਪਰੀਮ ਕੋਰਟ ਦੇ ਪ੍ਰਤੀਵੇਦਨ ਤੇ ਰਾਸ਼ਟਰਪਤੀ ਹਟਾ ਸਕਦਾ ਰਾਜ ਸੇਵਾ ਆਯੋਗ ਦੇ ਮੈਂਬਰਾਂ ਨੂੰ। ਨਿਰਵਾਚਨ ਆਯੋਗ ਮਤਲਬ ਚੋਣ ਕਮਿਸ਼ਨ, ਆਪਣਾ ਜਿਹੜਾ ਵੋਟਾਂ ਕਰਵਾਉਂਦੇ ਆ, ਉਹਦੀ ਸਥਾਪਨਾ ਕਦੋਂ ਹੋਈ ਸੀ? 25 ਜਨਵਰੀ 1950, 26 ਜਨਵਰੀ 1950, 15 ਅਗਸਤ 1952, 26 ਜਨਵਰੀ 1952। ਦੇਖੋ ਵੀ ਕਦੋਂ ਹੋਇਆ ਸੀ ਨਿਰਵਾਚਨ ਆਯੋਗ ਹੋਂਦ ਵਿੱਚ ਆਇਆ। ਇਸ ਦਾ ਸਹੀ ਉੱਤਰ 1950 ਦੇ ਵਿੱਚ ਆਇਆ, 25 ਜਨਵਰੀ, ਮਤਲਬ 26 ਜਨਵਰੀ ਸੰਵਿਧਾਨ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਨਿਰਵਾਚਨ ਆਯੋਗ ਦੀ ਸਥਾਪਨਾ ਕਰ ਲਈ ਗਈ ਸੀ। ਮੁੱਖ ਚੋਣ ਕਮਿਸ਼ਨ 6 ਸਾਲ ਜਾਂ 65 ਸਾਲਾਂ ਲਈ ਰੱਖੇ ਜਾਂਦੇ ਆ। ਮਤਲਬ ਜੇਕਰ ਜੋਬ ਕਰਦੇ ਕਰਦੇ ਨੂੰ 6 ਸਾਲ ਹੋ ਗਏ ਤਾਂ ਹਟਾ ਦਿੱਤਾ ਜਾਂਦਾ, ਮਤਲਬ ਰਿਟਾਇਰ ਹੋ ਜਾਂਦੇ ਆ। ਜੇਕਰ 6 ਸਾਲ ਨਹੀਂ ਹੋਏ, ਉਹਦੀ ਉਮਰ ਹੀ ਪਹਿਲਾਂ 6 ਸਾਲ ਤੋਂ ਪਹਿਲਾਂ 65 ਸਾਲ ਦੀ ਹੋ ਗਈ, ਫਿਰ ਰਿਟਾਇਰ ਹੋ ਜਾਂਦੇ ਆ। ਜਿਹੜੇ ਬਾਕੀ ਮੈਂਬਰ ਹੁੰਦੇ ਆ ਉਹ 62 ਸਾਲਾਂ ਤੱਕ ਹੁੰਦੇ ਆ। 6 ਸਾਲ ਜਾਂ 62 ਸਾਲ। ਜਿਹੜਾ ਮੁੱਖ ਚੋਣ ਕਮਿਸ਼ਨਰ ਆ ਉਹ 65 ਸਾਲਾਂ ਤੱਕ ਕੰਮ ਕਰਦਾ। ਇਹ ਜਿਹੜਾ ਦਿਨ ਹੈ ਜਿਸ ਦਿਨ ਇਹ ਨਿਰਵਾਚਨ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ, ਇਹ ਮਨਾਇਆ ਜਾਂਦਾ ਵੋਟਰ ਦਿਹਾੜੇ ਦੇ ਵਜੋਂ। 1993 ਤੋਂ ਇਹ ਇੱਕ ਦੀ ਬਜਾਏ ਹੁਣ 3 ਮੈਂਬਰੀ ਕਮਿਸ਼ਨ ਹੈ, ਚੋਣ ਕਮਿਸ਼ਨ ਹੈ ਜਿਹੜਾ। ਮੁੱਖ ਚੋਣ ਕਮਿਸ਼ਨ ਦਾ ਦਰਜਾ ਕਿਸ ਦੇ ਬਰਾਬਰ ਹੁੰਦਾ? ਮੁੱਖ ਚੋਣ ਕਮਿਸ਼ਨ ਦਾ ਦਰਜਾ ਕਿਸ ਦੇ ਬਰਾਬਰ ਹੁੰਦਾ ਹੈ? ਰਾਸ਼ਟਰਪਤੀ ਦੇ, ਰਾਜਪਾਲ ਦੇ, ਸੁਪਰੀਮ ਕੋਰਟ ਦੇ ਜਾਂ ਫਿਰ ਉਪ ਰਾਸ਼ਟਰਪਤੀ ਦੇ। ਇਸ ਦਾ ਦਰਜਾ ਸੁਪਰੀਮ ਕੋਰਟ ਦੇ ਜੱਜ ਦੇ ਬਰਾਬਰ ਦਾ ਦਰਜਾ ਹੁੰਦਾ ਮੁੱਖ ਚੋਣ ਕਮਿਸ਼ਨ ਦਾ। ਘੜੀ ਕਿਸ ਪਾਰਟੀ ਦਾ ਚੋਣ ਨਿਸ਼ਾਨ ਹੈ? ਇਸ ਤਰ੍ਹਾਂ ਦਾ ਸਵਾਲ ਆਏਗਾ ਇੱਕ। ਘੜੀ ਕਿਹੜੀ ਪਾਰਟੀ ਦਾ ਚੋਣ ਨਿਸ਼ਾਨ ਹੈ? ਤਰਮੂਲ ਕਾਂਗਰਸ, ਭਾਰਤੀ ਕਮਿਊਨਿਸਟ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਜਾਂ ਭਾਰਤੀ ਕਮਿਊਨਿਸਟ ਦਲ। ਇਸ ਦਾ ਸਹੀ ਉੱਤਰ ਘੜੀ ਚੋਣ ਨਿਸ਼ਾਨ ਹੈ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ। ਸ਼ਿਵ ਸੈਨਾ ਮਹਾਰਾਸ਼ਟਰ ਖੇਤਰੀ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ? ਤਲਵਾਰ, ਪੌੜੀ, ਸੀੜੀ ਮਤਲਬ ਤੀਰ ਜਾਂ ਫਿਰ ਤੀਰ ਕਮਾਨ। ਸ਼ਿਵ ਸੈਨਾ ਦਾ ਚੋਣ ਨਿਸ਼ਾਨ ਇਸ ਦਾ ਸਹੀ ਉੱਤਰ ਹੈ ਤੀਰ ਕਮਾਨ। ਰਾਸ਼ਟਰੀ ਗੀਤ ਕਿਸ ਦੁਆਰਾ ਰਚਿਤ ਹੈ? ਰਵਿੰਦਰਨਾਥ ਠਾਕੁਰ, ਟੈਗੋਰ, ਬੰਕਮ ਚੰਦਰ ਚੈਟਰਜੀ, ਸ਼ਹੀਦ ਭਗਤ ਸਿੰਘ, ਲਾਲ ਬਹਾਦਰ ਸ਼ਾਸਤਰੀ। ਰਾਸ਼ਟਰੀ ਗੀਤ ਤੇ ਰਾਸ਼ਟਰੀ ਗਾਨ ਦੇ ਵਿੱਚ ਨਾ ਉਲਝਿਆ ਕਰੋ। ਜਨ ਗਣ ਮਨ ਰਾਸ਼ਟਰੀ, ਇਹ ਗਾਨ ਹੈ।
ਇਸ ਦਾ ਸਹੀ ਉੱਤਰ ਬੰਕਮ ਚੰਦਰ ਚੈਟਰਜੀ। 26 ਜਨਵਰੀ 1950 ਨੂੰ ਅਪਣਾਇਆ ਗਿਆ ਸੀ ਤੇ 24 ਜਨਵਰੀ 1950 ਨੂੰ ਰਾਸ਼ਟਰ ਗਾਨ। ਸੰਸਦ ਦਾ ਜਿਹੜਾ ਅਧਿਵੇਸ਼ਨ ਹੈ ਜਦੋਂ ਉਹਦੀ ਸਮਾਪਤੀ ਹੋ ਜਾਂਦੀ ਹੈ ਤਾਂ ਉਹ ਕਿਸ ਦੇ ਨਾਲ ਸਮਾਪਤੀ ਕੀਤੀ ਜਾਂਦੀ ਹੈ? ਬੰਦੇ ਮਾਤਰਮ ਦੇ ਨਾਲ, ਜਨ ਗਣ ਮਨ ਦੇ ਨਾਲ, ਹਨੂਮਾਨ ਚਾਲੀਸਾ ਦੇ ਨਾਲ, ਜਾਂ ਫਿਰ ਉਪਰੋਕਤ ਸਾਰੇ? ਇਸ ਦਾ ਉੱਤਰ ਦੇਖੋ ਸਹੀ। ਇਸ ਦਾ ਸਹੀ ਉੱਤਰ ਬੰਦੇ ਮਾਤਰਮ ਦੇ ਨਾਲ ਸੰਸਦ ਦੇ ਅਧਿਵੇਸ਼ਨ ਦੀ ਸਮਾਪਤੀ ਹੁੰਦੀ ਹੈ। ਭਾਰਤ ਦਾ ਰਾਸ਼ਟਰੀ ਵਿਰਾਸਤੀ ਪਸ਼ੂ ਕਿਹੜਾ ਹੈ? ਇਹ ਰਾਜਨੀਤੀ ਦਾ ਸਵਾਲ ਨਹੀਂ ਹੈਗਾ, ਪਰ ਫਿਰ ਵੀ ਆ ਜਾਂਦਾ ਰਾਜਨੀਤੀ ਵਿੱਚ। ਚੀਤਾ, ਹਾਥੀ, ਸ਼ੇਰ, ਹਿਰਨ। ਭਾਰਤ ਦਾ ਰਾਸ਼ਟਰੀ ਵਿਰਾਸਤੀ ਪਸ਼ੂ ਹੈ ਹਾਥੀ। ਸੰਵਿਧਾਨ ਸੋਧ ਦੀ ਪ੍ਰਕਿਰਿਆ ਕਿਹੜੇ ਦੇਸ਼ ਤੋਂ ਲਈ ਗਈ ਹੈ? ਅਫਰੀਕਾ ਤੋਂ, ਜਾਪਾਨ, ਆਸਟ੍ਰੇਲੀਆ, ਆਇਰਲੈਂਡ। ਇਸ ਦਾ ਸਹੀ ਉੱਤਰ ਅਫਰੀਕਾ। ਸੰਵਿਧਾਨਕ ਉਪਚਾਰਾਂ ਦੇ ਅਧਿਕਾਰ ਨੂੰ ਪ੍ਰਦਾਨ ਕਰਨ ਦੇ ਲਈ ਸੁਪਰੀਮ ਕੋਰਟ ਕਿੰਨੇ ਤਰ੍ਹਾਂ ਦੀ ਰਿਟ ਜਾਰੀ ਕਰ ਸਕਦੀ ਹੈ? 3 ਤਰ੍ਹਾਂ ਦੀ, 5 ਤਰ੍ਹਾਂ ਦੀ, 2 ਤਰ੍ਹਾਂ ਦੀ, ਜਾਂ ਫਿਰ 7 ਤਰ੍ਹਾਂ ਦੀ? ਜੇਕਰ ਕਿਸੇ ਨੂੰ ਆਪਣੇ ਅਧਿਕਾਰ ਨਹੀਂ ਮਿਲ ਰਹੇ, ਉਹ ਸੁਪਰੀਮ ਕੋਰਟ ਵਿੱਚ ਚਲਾ ਜਾਂਦਾ ਕਿ ਮੈਨੂੰ ਮੇਰਾ ਇਹ ਹੱਕ ਨਹੀਂ ਮਿਲਿਆ। ਜਿਵੇਂ ਪੇਪਰਾਂ ਦੇ ਵਿੱਚ ਵੀ ਤੁਸੀਂ ਕਈ ਵਾਰੀ ਤੁਹਾਡਾ ਨੰਬਰ ਆਉਂਦਾ ਰਹਿ ਜਾਂਦਾ ਜਾਂ ਕਿਸੇ ਨੰਬਰ ਦਾ ਫਰਕ ਪੈ ਜਾਂਦਾ, ਤਾਂ ਤੁਸੀਂ ਫਿਰ ਜਾਂਦੇ ਹੋ ਅਦਾਲਤ ਦੇ ਵਿੱਚ, ਤਾਂ ਉੱਥੇ 5 ਤਰ੍ਹਾਂ ਦੇ ਅਧਿਕਾਰ ਹੁੰਦੇ ਆ ਸੁਪਰੀਮ ਕੋਰਟ ਕੋਲ, ਹਾਈ ਕੋਰਟ ਕੋਲ। ਹਾਈ ਕੋਰਟ ਕੋਲ ਥੋੜ੍ਹੀ ਜ਼ਿਆਦਾ ਤਾਕਤਵਰ ਹੈ ਇਸ ਮਾਮਲੇ ਦੇ ਵਿੱਚ। ਇਸ ਦਾ ਸਹੀ ਉੱਤਰ 5 ਤਰ੍ਹਾਂ ਦੀ ਸ਼ਕਤੀ ਆ, 5 ਤਰ੍ਹਾਂ ਦੀ ਰਿਟ ਜਾਰੀ ਕਰ ਸਕਦੀ ਹੈ ਕੋਰਟ। ਤਰੀਕ ਪੇਪਰ ਦੀ ਬਦਲ ਜਾਂਦੀ ਹੈ ਹਰ ਵਾਰੀ, ਇਸ ਵਾਰ ਵੀ ਸ਼ਾਇਦ ਹੋ ਸਕਦਾ ਬਦਲ ਜਾਵੇ, ਪਰ ਆਪਣੀ ਤਿਆਰੀ ਤੁਸੀਂ ਇਸ ਹਿਸਾਬ ਨਾਲ ਹੀ ਕਰਨਾ, 20 ਦਿਨਾਂ ਦੇ ਹਿਸਾਬ ਨਾਲ, ਕਿਉਂਕਿ ਸਾਲ 1.5 ਸਾਲ ਲੱਗ ਜਾਂਦਾ ਸਕੂਲ ਦੇ ਵਿੱਚ ਜਾਂਦੇ ਕਰਦੇ। ਜੇਕਰ ਅੱਜ ਪੇਪਰ ਹੁੰਦਾ ਤਾਂ ਤੁਸੀਂ ਘੱਟੋ ਘੱਟ ਮੰਨ ਕੇ ਚਲੋ 2023 ਦੇ ਵਿੱਚ ਜੂਨ ਤੋਂ ਬਾਅਦ ਜੁਲਾਈ ਅਗਸਤ ਦੇ ਵਿੱਚ ਜੁਆਇਨ ਕਰੋਗੇ, ਕਿਉਂਕਿ ਰਿਜ਼ਲਟ ਨਹੀਂ ਆਉਂਦਾ ਮਹੀਨਾ 1.5 ਮਹੀਨਾ, ਫਿਰ ਸਕਰੂਟਨੀ ਚੱਲਦੀ ਰਹਿੰਦੀ ਆ। ਸਕਰੂਟਨੀ ਤੋਂ ਬਾਅਦ ਫਿਰ ਤੁਹਾਡਾ ਜੁਆਇਨਿੰਗ ਲੈਟਰ, ਪਹਿਲਾਂ ਆਫਰ ਲੈਟਰ ਮਿਲ ਜਾਂਦਾ, ਫਿਰ ਨਹੀਂ 15-20 ਦਿਨ ਬੁਲਾਉਂਦੇ, ਫਿਰ ਜੁਆਇਨਿੰਗ ਲੈਟਰ ਮਿਲਦਾ। ਫਿਰ ਕਈ ਵਾਰ ਕੋਈ ਪ੍ਰਸ਼ਨ ਗਲਤ ਹੁੰਦੇ ਆ, ਹਰ ਵਾਰ ਉਹ 2-3 ਮਹੀਨੇ ਕੇਸ ਆ ਜਿਹੜਾ ਅਟਕਿਆ ਰਹਿੰਦਾ। ਜੱਜ ਪਹਿਲੀ ਵਾਰੀ ਤਰੀਕ ਪਾ ਦਿੰਦਾ ਮਹੀਨੇ ਕੁ ਦੀ, ਫਿਰ ਸਿੱਧੀ 6 ਮਹੀਨਿਆਂ ਦੀ। ਇਸ ਕਰਕੇ ਕਈ ਜਿਹੜੇ ਵਿਦਿਆਰਥੀ ਡਿਪਰੈਸ਼ਨ ਵਿੱਚ ਚਲੇ ਜਾਂਦੇ ਆ, ਉਹਨਾਂ ਨੂੰ ਮੇਰੀ ਇਹੀ ਰਾਏ ਆ ਕਿ ਸਬਰ ਦੇ ਨਾਲ, ਆਰਾਮ ਦੇ ਨਾਲ ਆਪਣੀ ਤਿਆਰੀ ਕਰਦੇ ਰਹੋ। ਕਾਲਾਪਨ ਬਿਲਕੁਲ ਨਾ ਲੈ ਕੇ ਆਇਓ ਸਿਰਫ ਇਸ ਮਾਮਲੇ ਦੇ ਵਿੱਚ। 73ਵੀਂ ਸੰਵਿਧਾਨਕ ਸੋਧ ਸੰਬੰਧਿਤ ਹੈ। ਇੱਕ ਰਾਤ ਨੂੰ ਜਦੋਂ ਪੜ੍ਹਦੇ ਹੁੰਦੇ ਆ, ਕੌਫੀ ਵਗੈਰਾ ਪੀ ਕੇ ਜ਼ਰੂਰ ਪੜ੍ਹ ਕੇ ਦੇਖਿਓ, ਉਹਦੇ ਨਾਲ ਬੜਾ ਫਰਕ ਪੈਂਦਾ, ਜ਼ਿਆਦਾ ਵੀ ਨਹੀਂ। ਪੰਚਾਇਤੀ ਰਾਜ ਨਾਲ ਸੰਬੰਧਿਤ 73ਵੀਂ ਸੰਵਿਧਾਨਕ ਸੋਧ। ਕੇਂਦਰ ਰਾਜ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਨਗਰ ਪਾਲਿਕਾ ਜਾਂ ਫਿਰ ਨਵੇਂ ਰਾਜਾਂ ਦੇ ਨਿਰਮਾਣ ਸੰਬੰਧੀ? ਇਸ ਦਾ ਸਹੀ ਉੱਤਰ ਹੈ 73ਵੀਂ ਸੰਵਿਧਾਨਕ ਸੋਧ ਆ ਜਿਹੜੀ, ਇਹ ਸੰਬੰਧਿਤ ਹੈ ਪੰਚਾਇਤੀ ਰਾਜ ਦੇ ਨਾਲ। ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਕਿਸ ਨੇ ਲਿਆਂਦੀ ਸੀ? ਲਾਰਡ ਕਰਜ਼ਨ ਨੇ, ਮਾਊਂਟਬੇਟਨ ਨੇ, ਲਾਰਡ ਰਿਪਨ ਨੇ, ਲਾਰਡ ਡਲਹੌਜੀ ਨੇ। ਇਤਿਹਾਸ ਦਾ ਸਵਾਲ ਵੀ ਹੈ ਅਤੇ ਇਹ ਰਾਜਨੀਤੀ ਦਾ ਸਵਾਲ ਵੀ ਹੈ, ਰਾਜਨੀਤੀ ਵਿੱਚ ਹੀ ਆਉਂਦਾ ਇਹ ਸਵਾਲ। ਫੁੱਟ ਪਾਓ ਤੇ ਰਾਜ ਕਰੋ, ਲਾਰਡ ਕਰਜ਼ਨ। ਨੀਤੀ ਆਯੋਗ ਕਦੋਂ ਬਣਾਇਆ ਗਿਆ? ਤੁਸੀਂ ਧਿਆਨ ਵਿੱਚ ਜ਼ਰੂਰ ਰੱਖ ਲੈਣਾ ਸੀ ਕਿੰਨੇ ਕੁ ਸਵਾਲ ਤੁਹਾਡੇ ਗਲਤ ਜਾਂਦੇ ਆ। ਅੱਜ ਆਪਾਂ 78 ਸਵਾਲ ਕਰ ਰਹੇ ਹਾਂ ਕੁੱਲ। ਜੇਕਰ 7 ਜਾਂ 8 ਸਵਾਲ ਗਲਤ ਜਾਂਦੇ ਆ ਤਾਂ ਠੀਕ ਆ, ਤੁਸੀਂ ਫਿਰ ਇਤਿਹਾਸ ਵੱਲ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਦੇ ਲੈਣਾ। ਨੀਤੀ ਆਯੋਗ ਕਦੋਂ ਬਣਾਇਆ ਗਿਆ?
13 ਅਪ੍ਰੈਲ 1950, 23 ਜੂਨ 1952, 1 ਜਨਵਰੀ 2014, 1 ਜਨਵਰੀ 2015। ਆਪਾਂ ਹੁਣ ਜੇ ਕੀਤਾ ਆਪਰੇਸ਼ਨ ਇਹ। ਠੀਕ ਹੈ ਜੀ, ਤੁਹਾਡਾ ਇਸ ਦਾ ਉੱਤਰ ਸਹੀ ਜਾਣਾ ਚਾਹੀਦਾ ਬਿਲਕੁਲ। 1 ਜਨਵਰੀ 2015 ਦੇ ਵਿੱਚ ਲਿਆਂਦਾ ਗਿਆ ਨੀਤੀ ਆਯੋਗ। ਦਿੱਲੀ ਚਲੋ ਦਾ ਨਾਅਰਾ ਕਿਸ ਨੇ ਦਿੱਤਾ? ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਲਾਲਾ ਲਾਜਪਤ ਰਾਏ, ਜਵਾਹਰ ਲਾਲ ਨਹਿਰੂ। 1944 ਦੀ ਗੱਲ ਹੈ। ਦਿੱਲੀ ਚਲੋ। ਇਸ ਦਾ ਸਹੀ ਉੱਤਰ ਸੁਭਾਸ਼ ਚੰਦਰ ਬੋਸ ਨੇ ਦਿੱਤਾ ਨਾਅਰਾ ਦਿੱਲੀ ਚਲੋ ਦਾ। ਰਾਜ ਸਭਾ ਕਦੋਂ ਭੰਗ ਹੁੰਦੀ ਹੈ? 5 ਸਾਲਾਂ ਬਾਅਦ, 6 ਸਾਲ ਬਾਅਦ, ਸੰਕਟ ਕਾਲ ਵਿੱਚ, ਜਾਂ ਫਿਰ ਕਦੇ ਨਹੀਂ। ਇਸ ਦਾ ਸਹੀ ਉੱਤਰ ਤੁਸੀਂ ਜਾਣਦੇ ਹੋ, ਕਦੇ ਨਹੀਂ ਭੰਗ ਹੁੰਦੀ ਰਾਜ ਸਭਾ। ਇਹ ਸਥਾਈ ਸਦਨ ਆਪਣਾ। ਆਰਾਮ ਹਰਾਮ ਹੈ ਦਾ ਨਾਅਰਾ ਕਿਸ ਨੇ ਦਿੱਤਾ? ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ, ਨਾਰਾਇਣ ਗੁਰੂ ਨੇ। ਆਰਾਮ ਹਰਾਮ ਹੈ। ਤੁਹਾਡੇ ਲਈ ਵੀ ਹੁਣ ਇਹੀ ਚੀਜ਼ ਆ। ਇਹਦਾ ਸਹੀ ਉੱਤਰ ਹੈ ਜਵਾਹਰ ਲਾਲ ਨਹਿਰੂ। ਰੈੱਡ ਕਰਾਸ ਦਾ ਸੰਸਥਾਪਕ ਸੀ। ਰੈੱਡ ਕਰਾਸ ਸੰਸਥਾ ਕਿਸ ਨੇ ਸ਼ੁਰੂ ਕੀਤੀ? ਕੈਲਵਿਨ, ਹੈਨਰੀ ਡਿਊਨੈਟ, ਕੈਥਰੀਨ ਜਾਂ ਰੋਬਰਟ ਕਲਾਈਵ। 1863 ਦੀ ਗੱਲ। 8 ਮਈ ਆ ਜਿਹੜਾ ਹਰ ਸਾਲ ਇਹ ਰੈੱਡ ਕਰਾਸ ਦਾ ਦਿਨ ਮਨਾਇਆ ਜਾਂਦਾ। 3 ਸ਼ਾਂਤੀ ਸੰਮੇਲਨ ਇਹਨੂੰ ਮਿਲ ਚੁੱਕੇ ਆ। ਹੈਨਰੀ ਡਿਊਨੇਟ ਰੈੱਡ ਕਰਾਸ। ਭਾਰਤ ਵਿੱਚ ਸਰਕਾਰ ਦਾ ਰੂਪ ਕੀ ਹੈ? ਸੰਘ, ਸਮਾਜਿਕ, ਤਾਨਾਸ਼ਾਹ, ਰਾਜਤੰਤਰ। ਇਹ ਦੋਨੇ ਤਾਂ ਨਹੀਂ ਹੈਗੇ। ਭਾਰਤ ਵਿੱਚ ਸਰਕਾਰ ਦਾ ਰੂਪ ਕੀ ਹੈ? ਭਾਰਤ ਹੈ ਇੱਕ ਸੰਘ ਰਾਜ। ਸੁਪਰੀਮ ਕੋਰਟ ਦੀ ਸਥਾਪਨਾ ਨਾਲ ਸੰਬੰਧਿਤ ਆਰਟੀਕਲ। ਸੁਪਰੀਮ ਕੋਰਟ ਕਿਹੜੇ ਆਰਟੀਕਲ ਨਾਲ ਸੰਬੰਧਿਤ ਆ? ਉਹਦੀ ਵੀ ਸਥਾਪਨਾ 147, 224, 124, 234। ਹਾਈ ਕੋਰਟ ਦੇਖ ਲੈਣਾ, ਬਾਅਦ 'ਚ ਕਰ ਲੈਣਾ ਉੱਤਰ। 214 ਨਾਲ ਸੰਬੰਧਿਤ ਹੈ। ਅਤੇ ਜਿਹੜੀ ਆਪਾਂ ਸੁਪਰੀਮ ਕੋਰਟ ਕਰ ਰਹੇ ਹਾਂ ਇਹਦੇ ਅਨੁਛੇਦ ਆਪਾਂ ਨੂੰ ਮਿਲਦੇ 124 ਤੋਂ 147 ਤੱਕ। ਦੇਖਣਾ ਵੀ ਕੀ ਉੱਤਰ ਆਵੇਗਾ ਇਸਦਾ। ਸੁਪਰੀਮ ਕੋਰਟ ਦੀ ਸਥਾਪਨਾ ਦੇ ਨਾਲ ਸੰਬੰਧਿਤ ਅਨੁਛੇਦ ਹੈ 124। ਹਾਈ ਕੋਰਟ ਦੀ ਸਥਾਪਨਾ ਨਾਲ ਸੰਬੰਧਿਤ ਆਰਟੀਕਲ ਹੈ 124, 114, 214, 147। ਜਿੱਥੋਂ ਹੀ ਅਨੁਛੇਦ ਸ਼ੁਰੂ ਹੁੰਦੇ ਆ ਪਹਿਲਾ ਅਨੁਛੇਦ ਸਥਾਪਨਾ ਨਾਲ ਸੰਬੰਧਿਤ ਹੁੰਦਾ। ਇਸਦਾ ਸਹੀ ਉੱਤਰ ਹੈ 214। ਪੰਜਾਬ ਹਰਿਆਣਾ ਹਾਈ ਕੋਰਟ ਕਿੱਥੇ ਸਥਿਤ ਹੈ? ਜਿੱਥੇ ਵੀ ਸਥਿਤ ਹੈ ਉਹ ਤਿਆਰ ਕੀਤਾ ਲੀ ਕਾਰਬੋਜੀਅਰ। ਇਹ ਤੁਸੀਂ ਜਾਣਦੇ ਹੋ, ਚੰਡੀਗੜ੍ਹ। ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵ ਕਦੋਂ ਜੋੜੇ ਗਏ ਸਨ? 42ਵੀਂ ਸੋਧ ਹੋਈ ਜਿਹੜੀ 1976 ਉਦੋਂ ਜੋੜੇ ਗਏ। 44ਵੀਂ ਸੋਧ 1978। 86ਵੀਂ ਸੋਧ 2002। 26 ਜਨਵਰੀ 1950 ਦੇ ਵਿੱਚ ਹੀ ਜੋੜੇ ਗਏ ਸੀ। ਇਹ ਸਵਾਲ ਪੁੱਛਿਆ ਜਾਂਦਾ ਰਿਹਾ ਟੈਟ ਦੇ ਵਿੱਚ, ਪਰ ਹੁਣ ਥੋੜ੍ਹਾ ਜਿਹਾ ਅਲੱਗ ਤਰ੍ਹਾਂ ਪੁੱਛਿਆ ਜਾਏਗਾ ਜੇਕਰ ਇਹ ਸਵਾਲ ਪੁੱਛਿਆ ਜਾਏਗਾ। ਇਹ ਤੁਸੀਂ ਜਾਣਦੇ ਹੋ 42ਵੀਂ ਸੋਧ 1976 ਦੇ ਵਿੱਚ ਜੋੜੇ ਗਏ। ਸਾਰਕ ਦੇ ਅਬਜ਼ਰਵਰ ਦੇਸ਼ਾਂ ਵਿੱਚ ਸ਼ਾਮਲ ਨਹੀਂ ਹੈ। ਇਸ ਤਰ੍ਹਾਂ ਦਾ ਸਵਾਲ ਆ ਜਾਂਦਾ। ਸਾਰਕ ਬਾਰੇ ਸਾਰੇ ਹੀ ਪੜ੍ਹ ਲੈਂਦੇ ਆ। ਉਹਦੇ ਅਬਜ਼ਰਵਰ ਦੇਸ਼ ਵੀ ਆ, ਉਹਨਾਂ ਦੇ ਵਿੱਚ ਕਿਹੜਾ ਦੇਸ਼ ਨਹੀਂ ਹੈਗਾ ਸ਼ਾਮਲ? ਕੈਨੇਡਾ, ਆਸਟ੍ਰੇਲੀਆ, ਚੀਨ, ਅਮਰੀਕਾ। ਇਹ ਯਾਦ ਕਰ ਲੈਣਾ ਜਿਹੜੇ ਹੈਗੇ ਆ। ਈਰਾਨ ਹੈਗਾ, ਜਾਪਾਨ ਹੈਗਾ, ਕੋਰੀਆ ਹੈਗਾ, ਮਿਆਂਮਾਰ ਹੈਗਾ, ਅਤੇ ਇਹਨਾਂ ਵਿੱਚੋਂ ਇੱਕ ਛੱਡ ਕੇ ਬਾਕੀ ਹੈਗੇ ਆ। ਸਾਰਕ ਦੇ ਅਬਜ਼ਰਵਰ ਦੇਸ਼ਾਂ ਦੇ ਵਿੱਚ ਜੋ ਨਹੀਂ ਹੈ ਦੇਸ਼ ਉਹ ਹੈ ਕੈਨੇਡਾ। ਸਾਰਕ ਦਾ ਮੈਂਬਰ ਦੇਸ਼ ਨਹੀਂ ਹੈ ਨੇਪਾਲ ਨਹੀਂ, ਮਾਲਦੀਵ, ਈਰਾਨ, ਸ਼੍ਰੀਲੰਕਾ।
ਸਾਰਕ ਦਾ ਮੈਂਬਰ ਨਹੀਂ ਹੈ। ਇਸ ਦਾ ਸਹੀ ਉੱਤਰ ਹੈ ਈਰਾਨ। ਸਾਰਕ ਦਾ ਪੂਰਾ ਨਾਮ ਕੀ ਹੈ? ਇਹ ਅੰਗਰੇਜ਼ੀ ਦੇ ਵਿੱਚ ਯਾਦ ਕਰ ਲੈਣਾ, ਉੱਥੇ ਅੰਗਰੇਜ਼ੀ ਵਿੱਚ ਹੀ ਲਿਖਿਆ ਹੁੰਦਾ। ਅਤੇ ਇੱਕ ਚੀਜ਼ ਯਾਦ ਰੱਖਣਾ, ਕਦੋਂ ਵੀ ਤੁਹਾਨੂੰ SST ਪੋਲੀਟੀਕਲ ਦੇ ਵਿੱਚ ਕਿਸੇ ਪ੍ਰਸ਼ਨ ਦਾ ਭੁਲੇਖਾ ਪੈ ਜਾਵੇ ਪੰਜਾਬੀ ਦੇ ਵਿੱਚ, ਤਾਂ ਉਹਨੂੰ ਅੰਗਰੇਜ਼ੀ ਦਿੱਤੀ ਹੁੰਦੀ ਹੈ ਨਾਲ, ਉੱਧਰ ਅੰਗਰੇਜ਼ੀ 'ਚ ਜਾ ਕੇ ਹੱਲ ਕਰ ਲੈਣਾ, ਉੱਥੇ ਤੁਹਾਨੂੰ ਭੁਲੇਖਾ ਨਹੀਂ ਪਏਗਾ। ਇਤਿਹਾਸ ਦੇ ਵਿੱਚ ਕਈ ਵਾਰੀ ਪੰਜਾਬੀ ਦੇ ਵਿੱਚ ਜਿਹੜੇ ਪ੍ਰਸ਼ਨ ਪਾਏ ਜਾਂਦੇ ਉਹ ਪੰਜਾਬੀ ਵਿੱਚ ਨਹੀਂ ਹੁੰਦੇ, ਉਹ ਅੰਗਰੇਜ਼ੀ ਤੋਂ ਚੱਕ ਕੇ ਅਨੁਵਾਦ ਕਰਕੇ ਪਾਏ ਹੁੰਦੇ ਆ, ਅਤੇ ਕਈ ਵਾਰੀ ਉਹ ਅਨੁਵਾਦ ਕੰਪਿਊਟਰ ਨੇ ਕੀਤਾ ਹੁੰਦਾ, ਇਸ ਕਰਕੇ ਉੱਥੇ ਗਲਤੀਆਂ ਹੁੰਦੀਆਂ ਕਾਫੀ ਜ਼ਿਆਦਾ। ਮਤਲਬ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇੱਕ ਪ੍ਰਸ਼ਨ ਆਇਆ ਸੀ ਪਿਛਲੇ ਪੇਪਰਾਂ ਦੇ ਵਿੱਚ, ਉਹ ਲੰਗਰ ਪ੍ਰਥਾ ਵਾਲਾ। ਜੇਕਰ ਉਹ ਕਿਸੇ ਨੇ ਅੰਗਰੇਜ਼ੀ ਵਿੱਚ ਪੜ੍ਹ ਕੇ ਉੱਤਰ ਕੀਤਾ ਸੀ, ਉਹਨਾਂ ਦਾ ਬਿਲਕੁਲ ਉਹ ਗਲਤ ਨਹੀਂ ਗਿਆ। ਇਸ ਕਰਕੇ ਅੰਗਰੇਜ਼ੀ ਵਿੱਚ ਪੜ੍ਹ ਲੈਣਾ, ਤੁਹਾਨੂੰ ਚਾਹੇ ਘੱਟ ਆਉਂਦੀ ਹੈ ਚਾਹੇ ਬਿਲਕੁਲ ਨਹੀਂ ਆਉਂਦੀ, ਤਾਂ ਤੁਹਾਨੂੰ ਸਮਝ ਬਹੁਤ ਵਧੀਆ ਤਰੀਕੇ ਨਾਲ ਆਵੇਗਾ। ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ, ਸਾਊਥਰਨ ਏਸ਼ੀਆ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ, ਸਾਊਥਰਨ ਏਸ਼ੀਆ ਪੈਸੀਫਿਕ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ, ਸਾਊਥਰਨ ਏਸ਼ੀਆਟਿਕ ਐਸੋਸੀਏਟ ਫਾਰ ਰੀਜਨ ਐਂਡ ਕੋਆਪਰੇਸ਼ਨ। 1985 ਦੀ ਗੱਲ ਹੈ ਇਹ ਆਪਣੇ ਹਿਸਾਬ ਨਾਲ ਪੜ੍ਹ ਕੇ ਦੇਖ ਲੈਣਾ। ਇਸ ਦਾ ਉੱਤਰ ਕੀ ਆਏਗਾ? ਸਾਰਕ ਦਾ ਪੂਰਾ ਨਾਮ। ਕਈ ਵਾਰ ਪੰਜਾਬੀ 'ਚ ਯਾਦ ਕੀਤਾ ਹੁੰਦਾ ਜਾਂ ਹਿੰਦੀ ਦੇ ਵਿੱਚ, ਪਰ ਅੰਗਰੇਜ਼ੀ ਦੇ ਵਿੱਚ ਜ਼ਿਆਦਾ ਠੀਕ ਹੈ ਯਾਦ ਕਰਨਾ, ਕਿਉਂਕਿ ਅੰਗਰੇਜ਼ੀ ਦੇ ਵਿੱਚ ਪੰਜਾਬੀ ਹਿੰਦੀ ਤਾਂ ਪਾ ਨਹੀਂ ਸਕਦੇ, ਪੰਜਾਬੀ ਹਿੰਦੀ ਵਿੱਚ ਅੰਗਰੇਜ਼ੀ ਉਹ ਪਾ ਦਿੰਦੇ ਆ। ਇਸ ਦਾ ਸਹੀ ਉੱਤਰ ਹੈ ਪਹਿਲਾ, ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ। WHO ਕਦੋਂ ਹੋਂਦ ਵਿੱਚ ਆਇਆ? 7 ਅਪ੍ਰੈਲ 1948, 7 ਅਪ੍ਰੈਲ 1848, 7 ਅਪ੍ਰੈਲ 1748 ਜਾਂ ਫਿਰ 24 ਦਸੰਬਰ 1924 ਦੇ ਵਿੱਚ। WHO ਇਹਨਾਂ ਦੇ ਵੀ ਅੰਗਰੇਜ਼ੀ ਵਿੱਚ ਨਾਮ ਯਾਦ ਕਰ ਲੈਣਾ ਪੂਰੇ। ਅਤੇ ਇੱਕ ਜਿਹੜੇ ਇਤਿਹਾਸ ਦੇ ਵਿੱਚ ਮਹਾਨ ਵਿਅਕਤੀ ਹੁੰਦੇ ਆ ਕੋਈ ਨਾ ਕੋਈ, ਜਾਂ ਕਿਸੇ ਦਾ ਨਾਮ ਅੱਖਰਾਂ 'ਚ ਪਾ ਕੇ ਦਿੱਤਾ ਹੁੰਦਾ, ਪੂਰਾ ਨਾਮ ਨਹੀਂ ਪਾਇਆ ਹੁੰਦਾ, ਉਹਨਾਂ ਦੇ ਪੂਰੇ ਨਾਮ ਹੀ ਯਾਦ ਕਰਨਾ। ਜਾਂ ਹੁਣ ਅਮਰੀਕਾ ਦਾ ਕੋਈ ਰਾਸ਼ਟਰਪਤੀ ਆ, ਜਾਂ ਫਿਰ ਚੀਨ ਦਾ ਕੋਈ ਰਾਸ਼ਟਰਪਤੀ ਪ੍ਰਧਾਨ ਮੰਤਰੀ ਆ, ਇੰਗਲੈਂਡ ਦੀ ਜਾਂ ਕੋਈ ਮਹਾਰਾਣੀ ਆ, ਜਾਂ 1947 ਵੇਲੇ ਕੋਈ ਮਹਾਰਾਣੀ ਸੀ, ਉਹਨਾਂ ਦੇ ਨਾਮ ਪੂਰੇ ਯਾਦ ਕਰਨਾ। ਕਈ ਵਾਰੀ ਉਹਨਾਂ ਦੇ ਪੂਰੇ ਨਾਮ ਪੁੱਛ ਲਏ ਜਾਂਦੇ ਆ। ਇਸ ਦਾ ਸਹੀ ਉੱਤਰ ਹੈ ਉੱਤਰ ਨੰਬਰ ਸਾਡਾ 1, 7 ਅਪ੍ਰੈਲ 1948। WHO ਦਾ ਹੈੱਡਕੁਆਟਰ ਕਿੱਥੇ ਸਥਿਤ ਹੈ? ਜਨੇਵਾ ਦੇ ਵਿੱਚ, ਹੇਗ ਦੇ ਵਿੱਚ, UK ਦੇ ਵਿੱਚ, ਵਾਸ਼ਿੰਗਟਨ DC ਅਮਰੀਕਾ ਦੇ ਵਿੱਚ। ਇਹ ਕੁਝ ਕੁ ਸੰਸਥਾਵਾਂ ਹੈਗੀਆਂ, ਉਹਨਾਂ ਦੇ ਹੈੱਡਕੁਆਟਰ ਪੁੱਛ ਲਏ ਜਾਂਦੇ ਆ, ਜਿਹੜੇ ਬੜਾ ਉਲਝਾ ਦਿੰਦੇ ਆ, ਯਾਦ ਨਹੀਂ ਰਹਿੰਦੇ ਇਹਨਾਂ ਨੂੰ। ਇੱਕ ਵਾਰੀ ਕਾਪੀ ਉੱਪਰ ਲਿਖ ਕੇ ਚੰਗੀ ਤਰ੍ਹਾਂ ਯਾਦ ਕਰ ਲਵੋ। ਲਿਖਣ ਦੀ ਘੋਲ ਬਿਲਕੁਲ ਨਾ ਕਰਨਾ, ਦੂਜੇ ਦਾ ਲਿਖਿਆ, ਦੂਜੇ ਦਾ ਬੋਲਿਆ, ਦੂਜੇ ਦਾ ਪੜ੍ਹਿਆ, ਸੌਖਾ ਲੱਗਦਾ ਤਿਆਰੀ ਕਰਨੀ, ਪਰ ਸਹੀ ਢੰਗ ਤੁਸੀਂ ਜਾਣਦੇ ਹੋ ਕਿ ਆਪ ਹੀ ਕਰਨ ਵਾਲੀ ਤਿਆਰੀ ਸਹੀ ਮੰਨੀ ਜਾਂਦੀ ਹੈ। ਜਨੇਵਾ ਦੇ ਵਿੱਚ ਆ WHO ਦਾ ਹੈੱਡਕੁਆਟਰ। ਯੂਨੈਕਸੋ ਦਾ ਹੈੱਡਕੁਆਟਰ ਕਿੱਥੇ ਸਥਿਤ ਹੈ? ਪੈਰਿਸ ਫਰਾਂਸ ਦੇ ਵਿੱਚ, ਵਾਸ਼ਿੰਗਟਨ DC ਅਮਰੀਕਾ ਵਿੱਚ, ਪੋਲੈਂਡ ਦੇ ਵਿੱਚ, ਜਰਮਨੀ ਦੇ ਵਿੱਚ, ਜਾਂ ਫਿਰ ਰੂਸ ਦੇ ਵਿੱਚ। ਯੂਨੈਕਸੋ ਦਾ ਵੀ ਪੂਰਾ ਨਾਮ ਯਾਦ ਕਰ ਲੈਣਾ। ਇਸ ਦਾ ਸਹੀ ਉੱਤਰ ਹੈ ਪੈਰਿਸ ਫਰਾਂਸ ਦੇ ਵਿੱਚ ਆ ਯੂਨੈਕਸੋ ਦਾ ਹੈੱਡਕੁਆਟਰ। ਭਾਰਤ ਦਾ ਚੋਣ ਆਯੋਗ ਹੈ, ਚੋਣ ਆਯੋਗ ਸਥਾਈ ਸੰਵਿਧਾਨਕ ਹੈ ਜਾਂ ਫਿਰ ਅਸਥਾਈ ਹੈ, ਗੈਰ ਸੰਵਿਧਾਨਕ ਹੈ ਜਾਂ ਫਿਰ ਗੈਰ ਸੰਵਿਧਾਨਕ ਹੈ, ਇਹਨਾਂ 'ਚੋਂ ਜਾਂ ਫਿਰ ਕੋਈ ਨਹੀਂ ਗਾ। ਚੋਣ ਕਮਿਸ਼ਨ ਜਿਹੜਾ ਬਣਾਇਆ ਜਾਂਦਾ, ਚੋਣ ਆਯੋਗ। ਇਸ ਦਾ ਸਹੀ ਉੱਤਰ ਸਥਾਈ ਸੰਵਿਧਾਨਕ ਹੈ, ਚੋਣ ਆਯੋਗ। ਚੋਣ ਆਯੋਗ ਦਾ ਵਰਣਨ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਮਿਲਦਾ? ਕਿਹੜੇ ਅਨੁਛੇਦ ਵਿੱਚ, ਕਿਹੜੇ ਭਾਗ ਵਿੱਚ, ਕਿਹੜੀ ਅਨੁਸੂਚੀ ਦੇ ਵਿੱਚ? 3 ਪ੍ਰਸ਼ਨ ਬਣ ਜਾਂਦੇ ਆ। ਚੋਣ ਆਯੋਗ ਦਾ ਵਰਣਨ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹੈ? 25ਵੇਂ, 15ਵੇਂ, 10ਵੇਂ, 13ਵੇਂ ਅਤੇ 14ਵੇਂ ਦੋਨਾਂ ਭਾਗਾਂ ਵਿੱਚ।
ਇਸ ਦਾ ਸਹੀ ਉੱਤਰ ਹੈ 15ਵੇਂ ਭਾਗ ਦੇ ਵਿੱਚ ਆਪਾਂ ਨੂੰ ਮਿਲਦਾ ਚੋਣ ਆਯੋਗ ਦਾ ਵਰਣਨ। ਚੋਣ ਆਯੋਗ ਦੀ ਸਥਾਪਨਾ ਕਦੋਂ ਹੋਈ ਸੀ? 25 ਜਨਵਰੀ 1950, 15 ਅਗਸਤ 1947, 26 ਜਨਵਰੀ 1946 ਜਾਂ ਫਿਰ 26 ਜਨਵਰੀ 1950 ਦੇ ਵਿੱਚ। ਚੋਣ ਆਯੋਗ ਕਦੋਂ ਹੋਂਦ ਵਿੱਚ ਆਇਆ? ਸੰਵਿਧਾਨ ਲਾਗੂ ਕਰਨ ਤੋਂ ਪਹਿਲਾਂ ਲਗਭਗ ਸਾਰਾ ਕੁਝ ਹੀ ਇਹਨਾਂ ਨੇ ਬਣਾ ਲਿਆ ਸੀ। ਇਸ ਦਾ ਉੱਤਰ 25 ਜਨਵਰੀ 1950 ਦੇ ਵਿੱਚ। ਲਾਲਟੇਨ ਕਿਸ ਪਾਰਟੀ ਦਾ ਚੋਣ ਨਿਸ਼ਾਨ ਹੈ? ਲਾਲਟੇਨ ਬਹੁਜਨ ਸਮਾਜ ਪਾਰਟੀ, ਜਨਤਾ ਦਲ, ਰਾਸ਼ਟਰੀ ਜਨਤਾ ਦਲ, ਭਾਰਤੀ ਕਮਿਊਨਿਸਟ ਪਾਰਟੀ। ਕੇਰਲਾ, ਗੋਆ, ਰਾਜਸਥਾਨ, ਹਰਿਆਣਾ ਅਤੇ ਪੱਛਮੀ ਬੰਗਾਲ, ਮਹਾਰਾਸ਼ਟਰ। ਇੱਥੇ ਕਿਹੜੀ ਸਰਕਾਰ ਆ, ਕਿਹੜਾ ਇੱਥੋਂ ਦਾ ਮੁੱਖ ਮੰਤਰੀ ਆ, ਉਹਨਾਂ ਬਾਰੇ ਜ਼ਰੂਰ ਯਾਦ ਕਰਕੇ ਜਾਣਾ। ਕੁਝ ਕੁ ਰਾਜ ਆ ਜਿਨ੍ਹਾਂ ਬਾਰੇ ਪੁੱਛਿਆ ਜਾਂਦਾ। ਅਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਦੇਖ ਲੈਣਾ, ਸਵਾਲ ਮੌਕੇ 'ਤੇ ਕਰ ਲੈਣਾ। ਅਖੀਰਲੇ ਅੱਜ ਤੋਂ ਖਬਰਾਂ ਸੁਣਨੀਆਂ ਜ਼ਰੂਰ ਸ਼ੁਰੂ ਕਰ ਦੇਣਾ, ਜਿਹੜੀਆਂ 1 ਮਿੰਟ ਦੇ ਵਿੱਚ 100 ਖਬਰਾਂ ਹੁੰਦੀਆਂ ਲਗਭਗ, ਉਹ ਦੇਖ ਲਿਆ ਕਰੋ, ਜਾਂ ਕੋਈ ਹੋਰ ਖਬਰਾਂ ਦੇਖ ਲਿਆ ਕਰੋ ਜਿਹਦੇ ਵਿੱਚ 50 ਜਾਂ 20 ਮੁੱਖ ਅੰਤਰਰਾਸ਼ਟਰੀ ਖਬਰਾਂ ਹੁੰਦੀਆਂ, ਉਹ ਵੀ ਜ਼ਰੂਰ ਦੇਖ ਲਿਆ ਕਰੋ। ਇਸ ਦਾ ਸਹੀ ਉੱਤਰ ਲਾਲਟੇਨ ਹੈ, ਲਾਲੂ ਪ੍ਰਸਾਦ ਯਾਦਵ। ਰਾਸ਼ਟਰੀ ਜਨਤਾ ਦਲ। ਰਾਸ਼ਟਰੀ ਜਨਤਾ ਦਲ ਦੀ ਸਥਾਪਨਾ ਕਿਸ ਨੇ ਕੀਤੀ ਸੀ? ਮਾਇਆਵਤੀ ਨੇ, ਲਾਲੂ ਪ੍ਰਸਾਦ ਯਾਦਵ ਨੇ, ਕਾਂਸੀ ਰਾਮ ਨੇ ਜਾਂ ਫਿਰ ਮਮਤਾ ਬੈਨਰਜੀ ਨੇ? ਇਸ ਦਾ ਸਹੀ ਉੱਤਰ ਹੈ ਲਾਲੂ ਪ੍ਰਸਾਦ ਯਾਦਵ। ਕਾਂਗਰਸ ਪਾਰਟੀ ਵਿੱਚ ਸਭ ਤੋਂ ਲੰਮਾ ਸਮਾਂ ਅਧਿਅਕਸ਼ ਕੌਣ ਰਿਹਾ? ਜਵਾਹਰ ਲਾਲ ਨਹਿਰੂ, ਏਓ ਹਿਊਮ, ਸੋਨੀਆ ਗਾਂਧੀ, ਰਾਹੁਲ ਗਾਂਧੀ। ਪੁੱਛ ਲਏ ਜਾਂਦੇ ਕਈ ਵਾਰ ਇਸ ਤਰ੍ਹਾਂ ਦੇ ਸਵਾਲ। ਕਾਂਗਰਸ ਪਾਰਟੀ ਦਾ ਸਭ ਤੋਂ ਲੰਮਾ ਸਮਾਂ ਅਧਿਅਕਸ਼ ਕੋਈ ਹੈ ਤਾਂ ਉਹ ਹੈ ਸੋਨੀਆ ਗਾਂਧੀ। 20 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਅਧਿਅਕਸ਼ ਕਾਂਗਰਸ ਦੇ। ਇੱਥੇ ਪ੍ਰਧਾਨ ਮੰਤਰੀ ਦੀ ਗੱਲ ਨਹੀਂ ਹੋਈ। ਭਾਰਤ ਦੇ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਕੌਣ ਬਣੇ ਸੀ ਪਹਿਲੀ ਵਾਰ? ਮਨਮੋਹਨ ਸਿੰਘ, ਮੁਰਾਰਜੀ ਦੇਸਾਈ, ਅਟਲ ਬਿਹਾਰੀ ਵਾਜਪਾਈ, ਰਾਜੀਵ ਗਾਂਧੀ। 1977 ਦੀ ਗੱਲ ਹੈ, ਜਨਤਾ ਪਾਰਟੀ ਦੀ ਸਰਕਾਰ ਬਣੀ ਸੀ। 1977 ਤੱਕ ਕਾਂਗਰਸ ਹੀ ਬਣਦੀ ਆ ਰਹੀ ਸੀ। ਇਸ ਤੋਂ ਬਾਅਦ ਵੀ ਕਾਂਗਰਸ ਹੀ ਬਣਦੀ ਆਈ ਹੈ, ਥੋੜ੍ਹੇ ਫਰਕ ਨਾਲ ਕੋਈ ਨਾ ਕੋਈ ਆਉਂਦਾ ਰਿਹਾ ਵਿੱਚ। ਮੁਰਾਰਜੀ ਦੇਸਾਈ। ਇਹ ਪ੍ਰਸ਼ਨ ਯਾਦ ਕਰ ਲੈਣਾ 51, ਬਹੁਤ ਜ਼ਰੂਰੀ ਹੈ ਇਹ ਪ੍ਰਸ਼ਨ। ਚੋਣਾਂ ਦੇ ਸਮੇਂ ਵੀਵੀਪੈਟ ਦਾ ਕੀ ਅਰਥ ਹੈ? ਤੁਹਾਡੀ ਤਾਂ ਚਲੋ ਵੋਟਾਂ ਵਿੱਚ ਡਿਊਟੀ ਨਹੀਂ ਲੱਗਦੀ। ਪਹਿਲੀ ਵਾਰ ਬੜਾ ਰੌਲਾ ਚੱਲਦਾ ਸੀ ਕਿ ਵੋਟ ਮੇਰੀ ਕੀ ਪਤਾ ਕਿਸ ਨੂੰ ਪੈ ਗਈ, ਕਿਸ ਨੂੰ ਨਹੀਂ ਪੈ ਗਈ। ਇਸ ਤੋਂ ਬਾਅਦ ਵੀਵੀਪੈਟ ਲਿਆਂਦਾ ਗਿਆ, ਇੱਕ ਨਵਾਂ ਨਾਲ ਡੱਬਾ ਜਿਹਾ ਰੱਖਿਆ ਜਾਂਦਾ ਸੀ। ਜਦੋਂ ਤੁਸੀਂ ਬਟਨ ਦੱਬਦੇ ਹੋ, ਵੋਟ ਪੈਂਦੀ ਹੈ ਤਾਂ ਉਹਦੇ ਵਿੱਚ ਪਰਚੀ ਡਿੱਗਦੀ ਹੈ, ਅਤੇ ਉਹਦੇ ਉੱਤੇ ਜਿਹੜੀ ਨੂੰ ਤੁਸੀਂ ਵੋਟ ਪਾਈ ਆ ਉਹਦਾ ਚੋਣ ਨਿਸ਼ਾਨ ਜਿਹੜਾ ਛਪ ਕੇ ਉਹ ਪਰਚੀ ਡਿੱਗਦੀ ਆ। 6 ਸਕਿੰਟ ਦੇ ਲਈ ਉਹ ਰਹਿੰਦੀ ਹੈ ਉੱਪਰ, ਜਗਦੀ ਹੈ। ਉੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਵੋਟ ਆਪਣੀ ਸਹੀ ਪੈ ਗਈ, ਸਹੀ ਪਰਚੀ ਡਿੱਗੀ ਹੈ ਥੱਲੇ। ਉਹਦਾ ਪੂਰਾ ਨਾਮ ਕੀ ਹੈ ਮਸ਼ੀਨ ਦਾ? ਵੋਟਰ ਵਿਜਿਟ ਪੋਲ ਅਕਾਊਂਟ ਟ੍ਰੇਲ, ਵੋਟਰ ਵਿਵਿਧ ਪ੍ਰੈਸ ਆਡਿਟ ਟ੍ਰੇਲ, ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ, ਵੋਟਰ ਵੈਰੀਫਾਈਏਬਲ ਪੇਪਰ ਅਕਾਊਂਟ ਟ੍ਰੇਲ। ਵੋਟਾਂ ਵੇਲੇ ਸਿਰਫ ਮਸ਼ੀਨਾਂ ਚਲਾਉਣੀਆਂ ਹੀ ਦੱਸਦੇ ਰਹਿੰਦੇ ਆ, 50 ਤਰ੍ਹਾਂ ਦੇ ਫਾਰਮ ਭਰਨੇ ਹੁੰਦੇ ਆ, ਉਹ ਕੋਈ ਨਹੀਂ ਦੱਸਦਾ। ਇਸੇ ਕਰਕੇ ਵੋਟਾਂ ਦੀ ਡਿਊਟੀ ਤੋਂ ਭੱਜਦੇ ਆ ਅਧਿਆਪਕ। ਇਸ ਦਾ ਸਹੀ ਉੱਤਰ ਤਿੰਨ ਨੰਬਰ, ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ।
ਵੈਰੀਫਾਈ ਤਾਂ ਤੁਸੀਂ ਕਰਦੇ ਹੀ ਕਰਦੇ ਹੋ, ਤਾਂ ਵੈਰੀਫਾਈ ਤਾਂ ਯਾਦ ਰਹੇਗਾ, ਤੁਹਾਡੇ ਵੋਟਰ ਵੀ ਯਾਦ ਰਹੇਗਾ। ਪੇਪਰ ਤਾਂ ਡਿੱਗਦਾ ਹੀ ਡਿੱਗਦਾ 6 ਸਕਿੰਟਾਂ ਦੇ ਵਿੱਚ ਤੁਹਾਨੂੰ ਦਿਖਾਈ ਵੀ ਦਿੰਦਾ। ਆਡਿਟ ਯਾਦ ਕਰ ਲੈਣਾ। ਭਾਰਤ ਵਿੱਚ ਕਿੰਨੇ ਰਾਸ਼ਟਰੀ ਦਲ ਆ ਜਿਹੜੇ ਉਹਨਾਂ ਨੂੰ ਮਾਨਤਾ ਪ੍ਰਾਪਤ ਹੈ? 5, 6, 7, 8। ਇਸ ਦਾ ਸਹੀ ਉੱਤਰ ਹੈ, ਇਸ ਵਕਤ ਭਾਰਤ ਦੇ ਵਿੱਚ 8 ਰਾਜਨੀਤਿਕ ਦਲ ਆ ਜਿਹੜੇ ਰਾਸ਼ਟਰੀ ਪੱਧਰ ਦੇ ਆ। ਖੇਤਰੀ ਪਾਰਟੀਆਂ ਨਹੀਂ, ਰਾਸ਼ਟਰੀ। ਉਹਦੀਆਂ ਵੀ ਕੋਈ ਸ਼ਰਤਾਂ ਹੁੰਦੀਆਂ। ਲੋਕ ਸਭਾ ਵਿੱਚ 6% ਲਗਭਗ ਵੋਟਾਂ ਪਈਆਂ ਹੋਣ, ਅਤੇ ਜਾਂ ਫਿਰ 4 ਰਾਜਾਂ ਦੇ ਵਿੱਚ ਉਹਨਾਂ ਦਾ ਕੋਈ ਅਨੁਪਾਤ ਹੁੰਦਾ ਵੋਟਾਂ ਦਾ। ਅੱਗੇ ਪ੍ਰਸ਼ਨ ਆਇਆ ਤਾਂ ਆਪਾਂ ਕਰਾਂਗੇ, ਨਹੀਂ ਫਿਰ ਅਗਲੀ ਕਿਸੇ ਵੀਡੀਓ ਵਿੱਚ ਕਰ ਲਵਾਂਗੇ। 8 ਪਾਰਟੀਆਂ ਨੂੰ ਮਾਨਤਾ ਪ੍ਰਾਪਤ ਹੈ ਰਾਸ਼ਟਰੀ ਰਾਜਨੀਤਿਕ ਦਲ ਵਜੋਂ। ਕਿਤਾਬ ਕਿਸ ਰਾਸ਼ਟਰੀ ਰਾਜਨੀਤਿਕ ਦਲ ਦਾ ਚੋਣ ਨਿਸ਼ਾਨ ਹੈ? AITC, CPI-M, NPP, ਨੈਸ਼ਨਲ ਪੀਪਲਜ਼ ਪਾਰਟੀ ਜਾਂ CPI। 6 ਜਨਵਰੀ 2013 ਦੇ ਵਿੱਚ ਇਹ ਪਾਰਟੀ ਬਣੀ ਆ, ਰਾਸ਼ਟਰੀ ਪੱਧਰ ਦੀ ਪਾਰਟੀ, ਜਿਸ ਦਾ ਚੋਣ ਨਿਸ਼ਾਨ ਕਿਤਾਬ ਹੈ। ਇਹ ਨਵੀਂ ਪਾਰਟੀ ਹੈ ਬਿਲਕੁਲ। ਇਸ ਦਾ ਨਾਮ ਹੈ NPP, ਨੈਸ਼ਨਲ ਪੀਪਲਜ਼ ਪਾਰਟੀ। ਸਰਵਉੱਚ ਅਦਾਲਤ ਦੇ ਜੱਜਾਂ ਨੂੰ ਕਾਰਜਕਾਲ ਵਿੱਚ ਆਉਣ 'ਤੇ ਸਹੁੰ ਕੌਣ ਚੁਕਾਉਂਦਾ ਹੈ? ਮਤਲਬ ਉਹਨਾਂ ਨੂੰ ਆਪਣੇ ਅਹੁਦੇ ਦੀ ਸਹੁੰ ਚੁਕਾਉਂਦਾ ਹੈ ਰਾਸ਼ਟਰਪਤੀ ਜਾਂ ਉਸ ਦੁਆਰਾ ਕੋਈ ਭੇਜਿਆ ਗਿਆ ਕੋਈ ਬੰਦਾ। ਉਪ ਰਾਸ਼ਟਰਪਤੀ ਕੋਈ ਨਹੀਂ, ਜਾਂ ਫਿਰ ਸੁਪਰੀਮ ਕੋਰਟ ਦਾ ਮੁੱਖ ਜੱਜ ਸਹੁੰ ਚੁਕਵਾਉਂਦਾ। ਹੁਣੇ ਜੇ ਤੁਸੀਂ ਜੇ ਖਬਰਾਂ ਸੁਣਦੇ ਹੋ ਤਾਂ ਰਾਸ਼ਟਰਪਤੀ ਨੇ ਸਹੁੰ ਚੁਕਵਾਈ ਹੈ ਜੱਜ ਨੂੰ, ਉਹਦਾ ਨਾਮ ਵੀ ਦੇਖ ਲੈਣਾ। ਰਾਸ਼ਟਰਪਤੀ ਜਾਂ ਉਸ ਦੁਆਰਾ ਨਿਯੁਕਤ ਕੋਈ ਵਿਅਕਤੀ, ਜ਼ਿਆਦਾਤਰ ਰਾਸ਼ਟਰਪਤੀ ਆਪ ਹੀ ਸਹੁੰ ਚੁਕਵਾਉਂਦੇ ਆ ਮੁੱਖ ਜੱਜ ਨੂੰ। ਸੁਪਰੀਮ ਕੋਰਟ ਦੇ ਮੌਜੂਦਾ ਮੁੱਖ ਜੱਜ ਕੌਣ ਹਨ? NV ਰਮਾਨਾ, ਦੀਪਕ ਮਿਸ਼ਰਾ, ਰਾਜਨ ਗੋਗੋਈ, SA ਬੋਬਡੇ। ਸੁਪਰੀਮ ਕੋਰਟ ਦੇ ਮੌਜੂਦਾ ਜੱਜ, ਇਹਨਾਂ ਦਾ ਪੂਰਾ ਨਾਮ ਵੀ ਯਾਦ ਕਰ ਲੈਣਾ। ਇਹਨਾਂ ਦਾ ਪੂਰਾ ਨਾਮ ਥੋੜ੍ਹਾ ਜਿਹਾ ਔਖਾ ਬੋਲਣ ਦੇ ਵਿੱਚ। ਇਸ ਦਾ ਸਹੀ ਉੱਤਰ, ਇਹਦਾ ਨਾਮ ਹੈ ਨੁਥਾਲਾਪਤੀ ਵੈਂਟਕਾ ਰਮਨ। ਨੁਥਾਲਾਪਤੀ ਵੈਂਟਕਾ ਰਮਨ। ਅਗਲਾ ਪ੍ਰਸ਼ਨ ਦੇਖੋ, ਮੌਜੂਦਾ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀਆਂ ਕਿੰਨੀਆਂ ਸੀਟਾਂ ਹਨ? ਉਦੋਂ ਇਹਨਾਂ ਨੇ ਇੱਕ ਮੰਤਰੀ ਆਪਦਾ ਹਟਾਇਆ ਨਹੀਂ ਸੀਗਾ, ਪਰ ਜੇਕਰ ਪ੍ਰਸ਼ਨ ਇਸ ਤਰ੍ਹਾਂ ਨਹੀਂ ਆਏਗਾ ਕਿੰਨੀਆਂ ਹਨ ਤਾਂ ਬਦਲਦਾ ਰਹਿੰਦਾ। ਕਿੰਨੀਆਂ ਸੀਟਾਂ ਪ੍ਰਾਪਤ ਕੀਤੀਆਂ ਇਸ ਵਾਰੀ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ? ਜਾਂ ਹੋਰ ਪਾਰਟੀ ਦੀਆਂ ਵੀ ਪੁੱਛ ਸਕਦੇ ਆ, ਅਕਾਲੀ ਦਲ ਅਤੇ ਕਾਂਗਰਸ ਦੀਆਂ ਵੀ ਯਾਦ ਰੱਖਣਾ। ਇਸ ਦਾ ਸਹੀ ਉੱਤਰ ਹੈ, ਤੁਸੀਂ ਜਾਣਦੇ ਹੋ 92 ਸੀਟਾਂ ਜਿੱਤੀਆਂ। ਸਿਮਰਨਜੀਤ ਸਿੰਘ ਮਾਨ ਕਿਸ ਪਾਰਟੀ ਨਾਲ ਸੰਬੰਧਿਤ ਹਨ? ਸ਼੍ਰੋਮਣੀ ਅਕਾਲੀ ਦਲ ਪੰਜਾਬ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਫਿਰ CPI। ਇਸ ਦਾ ਵੀ ਤੁਸੀਂ ਉੱਤਰ ਜਾਣਦੇ ਹੋ ਲਗਭਗ ਸਾਰੇ ਹੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸੰਬੰਧਿਤ ਹੈ ਸਿਮਰਨਜੀਤ ਸਿੰਘ ਮਾਨ। ਭਾਰਤ ਦੀ ਸਭ ਤੋਂ ਪੁਰਾਣੀ ਉੱਚ ਅਦਾਲਤ ਕਿਹੜੀ ਹੈ? 1862 ਦੇ ਵਿੱਚ ਹੋਂਦ ਵਿੱਚ ਆਈ ਸੀ। ਬੰਬਈ ਉੱਚ ਅਦਾਲਤ, ਮਦਰਾਸ, ਕਲਕੱਤਾ ਜਾਂ ਫਿਰ ਆਂਧਰਾ ਪ੍ਰਦੇਸ਼ ਉੱਚ ਅਦਾਲਤ। ਇਸ ਦਾ ਸਹੀ ਉੱਤਰ ਕਲਕੱਤਾ ਉੱਚ ਅਦਾਲਤ ਹੈ ਜਿਹੜੀ, ਇਹ ਸਭ ਤੋਂ ਪੁਰਾਣੀ ਉੱਚ ਅਦਾਲਤ ਹੈ। ਵਰਤਮਾਨ ਸਮੇਂ ਭਾਰਤ ਵਿੱਚ ਕਿੰਨੀਆਂ ਉੱਚ ਅਦਾਲਤਾਂ ਹਨ? 24, 29, 25, 17। ਜਿਹੜੀ ਹੁਣ ਨਵੀਂ ਬਣੀ ਹੈ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੀ, ਇਹ ਨਵ ਗਠਿਤ ਹਾਈ ਕੋਰਟ ਹੈ, 2019 ਦੀ ਗੱਲ ਹੈ। ਇਸ ਹਿਸਾਬ ਦੇ ਨਾਲ ਫਿਰ ਅਦਾਲਤ ਹੈ 25। ਪੇਪਰਾਂ ਦੇ ਵਿੱਚ ਉੱਚ ਅਦਾਲਤ ਅਤੇ ਉੱਚਤਮ ਅਦਾਲਤ ਇਹ ਹਾਈ ਕੋਰਟ ਲਈ ਲਿਖਿਆ ਹੁੰਦਾ, ਅਤੇ ਸਰਵਉੱਚ ਅਦਾਲਤ ਹੈ ਜਿਹੜੀ ਉਹ ਲਿਖਿਆ ਹੁੰਦਾ ਸੁਪਰੀਮ ਕੋਰਟ ਲਈ।
ਸਰਵ ਉੱਚ ਅਦਾਲਤ ਦੇ ਜੱਜ ਕਿਸ ਨੂੰ ਅਸਤੀਫਾ ਦਿੰਦੇ ਹਨ? ਇਹ ਤੁਸੀਂ ਜਾਣਦੇ ਹੋ, ਸੰਸਦ ਦੇ ਵਿੱਚ ਅਸਤੀਫਾ ਦਿੰਦੇ ਆ, ਪ੍ਰਮੁੱਖ ਜੱਜ ਨੂੰ, ਰਾਸ਼ਟਰਪਤੀ ਨੂੰ, ਜਾਂ ਫਿਰ ਲੋਕ ਸਭਾ ਦੇ ਸਪੀਕਰ ਨੂੰ। ਕਿਸ ਨੂੰ ਅਸਤੀਫਾ ਦਿੰਦੇ ਆ? ਸੁਪਰੀਮ ਕੋਰਟ ਦੇ ਜੱਜ। ਇਸ ਦਾ ਸਹੀ ਉੱਤਰ ਹੈ ਰਾਸ਼ਟਰਪਤੀ ਨੂੰ। ਐਡ ਹੌਕ ਜੱਜਾਂ ਨਾਲ ਸੰਬੰਧਿਤ ਅਨੁਛੇਦ ਕਿਹੜਾ? ਐਡ ਹੌਕ ਜੱਜਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਕਈ ਵਾਰ ਜਦੋਂ ਬਹੁਤ ਜ਼ਿਆਦਾ ਮੁਕੱਦਮੇ ਹੋ ਜਾਣ, ਗਿਣਤੀ ਜ਼ਿਆਦਾ ਵੱਧ ਜੇ, ਕੰਮ ਜ਼ਿਆਦਾ ਹੋ ਜਾਏਗਾ। 124, 126, 127, 147। ਐਡ ਹੌਕ ਜੱਜਾਂ ਦੇ ਨਾਲ ਸੰਬੰਧਿਤ ਹੈ ਅਨੁਛੇਦ ਆਪਣਾ 127। ਕਿਹੜੀ ਹਾਈ ਕੋਰਟ ਦਾ ਅਧਿਕਾਰ ਖੇਤਰ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦੀਪ ਤੱਕ ਫੈਲਿਆ ਹੋਇਆ ਹੈ? ਕੇਰਲਾ ਦਾ, ਬੰਬਈ, ਤਾਮਿਲਨਾਡੂ ਜਾਂ ਫਿਰ ਦਿੱਲੀ? ਕਿਹੜੀ ਹਾਈ ਕੋਰਟ ਹੈ ਜਿਹੜੇ ਲਕਸ਼ਦੀਪ ਦੇ ਮਾਮਲੇ ਵੀ ਸੁਣਵਾਈ ਕਰਦੀ ਹੈ, ਉਹਨਾਂ ਦਾ ਅਧਿਕਾਰ ਖੇਤਰ ਵੀ ਉਹਦੇ ਵਿੱਚ ਆ ਜਾਂਦਾ, ਜਿਵੇਂ ਪੰਜਾਬ ਤੇ ਹਰਿਆਣਾ ਤੇ ਚੰਡੀਗੜ੍ਹ ਤਿੰਨਾਂ ਦੀ ਇਕੱਠੀ ਹੈ। ਇਹਦਾ ਸਹੀ ਉੱਤਰ ਹੈ ਕੇਰਲਾ। ਕੇਰਲਾ ਦੀ ਜਿਹੜੀ ਹਾਈ ਕੋਰਟ ਹੈ ਉਹਦੇ ਨਾਲ ਜੋੜਿਆ ਗਿਆ ਲਕਸ਼ਦੀਪ ਨੂੰ। ਨੀਤੀ ਆਯੋਗ ਦੇ ਵਿੱਚ ਨੀਤੀ ਦਾ ਅਰਥ ਹੈ, ਇਹ ਪ੍ਰਸ਼ਨ ਯਾਦ ਕਰ ਲੈਣਾ ਚੰਗੀ ਤਰ੍ਹਾਂ। ਨੈਸ਼ਨਲ ਇੰਡੈਕਸ ਆਫ ਟ੍ਰਾਂਸੈਂਡਿੰਗ ਇੰਡੀਅਨ, ਨੈਸ਼ਨਲ ਇੰਸਟੀਚਿਊਟ ਆਫ ਟ੍ਰਾਂਸਫਾਰਮਿੰਗ ਇੰਡੀਆ, ਟਰੈਕਿੰਗ ਭਾਰਤੀਆਂ ਲਈ ਰਾਸ਼ਟਰੀ ਸੰਸਥਾਨ, ਨੈਸ਼ਨਲ ਇੰਸਟੀਚਿਊਸ਼ਨ ਫਾਰ ਟ੍ਰਾਂਸਫਾਰਮਿੰਗ ਇੰਡੀਆ। ਪ੍ਰਧਾਨ ਮੰਤਰੀ ਦਾ ਅਧਿਅਕਸ਼ ਨਰਿੰਦਰ ਮੋਦੀ। ਇਸ ਵਕਤ ਥਿੰਕ ਟੈਂਕ ਕਿਹਾ ਜਾਂਦਾ ਇਸ ਨੂੰ। 1 ਜਨਵਰੀ 2015 ਦੇ ਵਿੱਚ ਇਹ ਹੋਂਦ ਵਿੱਚ ਆਇਆ। ਯੋਜਨਾ ਆਯੋਗ ਨੂੰ ਬੰਦ ਕਰਕੇ ਇਸ ਨੂੰ ਲਾਗੂ ਕੀਤਾ ਗਿਆ। ਉਹੀ ਕੰਮ ਇਹਦਾ ਅਤੇ ਉਹੀ ਕੰਮ ਉਸ ਦਾ ਸੀ, ਨਾਮ ਹੀ ਬਦਲਿਆ, ਬਾਕੀ ਉਹੀ ਹੈ ਸਾਰਾ ਕੁਝ। ਦੇਖੋ ਜੀ, ਇਸ ਦਾ ਜਿਹੜਾ ਸਹੀ ਉੱਤਰ ਹੈ, ਜੇ ਤੁਸੀਂ ਪੜ੍ਹਿਆ ਹੀ ਨਹੀਂ ਤਾਂ ਤੁਹਾਨੂੰ ਉੱਤਰ ਨਹੀਂ ਯਾਦ ਹੋਵੇਗਾ ਇਸ ਦਾ। ਜੇ ਪੜ੍ਹਿਆ ਵੀ ਹੋਵੇਗਾ ਤੁਸੀਂ ਭੁੱਲ ਗਏ ਹੋਵੋਗੇ, ਕਿਉਂਕਿ ਬੜੇ ਨੇੜੇ ਨੇੜੇ ਉੱਤਰ ਪਾਏ ਜਾਂਦੇ ਇਹਨਾਂ ਦੇ। ਅਤੇ ਇਸ ਤਰ੍ਹਾਂ ਜੇਕਰ ਤੁਸੀਂ ਅੰਗਰੇਜ਼ੀ ਵਿੱਚ ਪੜ੍ਹ ਲੈਂਦੇ ਤੁਹਾਨੂੰ ਉੱਤਰ ਜਿਹੜਾ ਆਪਣੇ ਆਪ, ਜੇਕਰ ਇੱਕ ਵਾਰ ਵੀ ਪੜ੍ਹਿਆ ਹੁੰਦਾ, ਯਾਦ ਆ ਜਾਣਾ ਸੀ। ਨੈਸ਼ਨਲ ਇੰਸਟੀਚਿਊਸ਼ਨ ਫਾਰ ਟ੍ਰਾਂਸਫਾਰਮਿੰਗ ਇੰਡੀਆ, ਆਹ ਤਾਂ ਤੁਸੀਂ ਮੋਦੀ ਨੂੰ ਬੋਲਦੇ ਬਹੁਤ ਵਾਰ ਸੁਣਿਆ ਹੋਏਗਾ, ਟ੍ਰਾਂਸਫਾਰਮਿੰਗ ਇੰਡੀਆ। ਰਾਜ ਮਨੁੱਖੀ ਅਧਿਕਾਰ ਆਯੋਗ ਦੇ ਮੁਖੀ ਤੇ ਮੈਂਬਰਾਂ ਦੀ ਨਿਯੁਕਤੀ ਕੌਣ ਕਰਦਾ ਹੈ? ਰਾਜ ਮਨੁੱਖੀ ਅਧਿਕਾਰ ਆਯੋਗ ਦੇ ਮੁਖੀ ਤੇ ਮੈਂਬਰਾਂ ਦੀ ਨਿਯੁਕਤੀ, ਰਾਜਾਂ ਦੀ ਗੱਲ ਹੋ ਰਹੀ ਹੈ। ਮੁੱਖ ਮੰਤਰੀ, ਰਾਸ਼ਟਰਪਤੀ, ਭਾਰਤ ਦਾ ਮੁੱਖ ਜੱਜ ਜਾਂ ਫਿਰ ਰਾਜਪਾਲ? ਇਹ ਤਾਂ ਆਪਾਂ ਕੀਤਾ ਪ੍ਰਸ਼ਨ, ਦੁਬਾਰਾ ਆ ਗਿਆ ਸ਼ਾਇਦ। ਇਸ ਦਾ ਸਹੀ ਉੱਤਰ ਹੈ ਰਾਜਪਾਲ। ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਦਾ ਅਨੁਪਾਤ ਕੀ ਹੈ? 2:3 ਦਾ, 3:4 ਦਾ, 5:2 ਦਾ, 2:5 ਦਾ। ਲੰਬਾਈ ਚੌੜਾਈ ਅਨੁਪਾਤ ਹੁੰਦਾ, ਇੰਚਾਂ 'ਚ ਰੱਖਣਾ, ਇੰਚਾਂ 'ਚ, ਫੁੱਟਾਂ 'ਚ ਰੱਖਣਾ ਜਾਂ ਮੀਟਰਾਂ 'ਚ ਰੱਖਣਾ। ਜੇ 3 ਮੀਟਰ ਰੱਖਣਾ ਮਤਲਬ, ਜੇਕਰ ਚੌੜਾਈ 2 ਰੱਖਣੀ ਹੈ ਤਾਂ ਲੰਬਾਈ 3 ਰੱਖਣੀ ਪਏਗੀ। ਇਸ ਦਾ ਸਹੀ ਉੱਤਰ ਤੁਸੀਂ ਜਾਣਦੇ ਹੋ, 2:3 ਦਾ ਅਨੁਪਾਤ ਹੈ। ਅਨੁਛੇਦ 32 ਭਾਰਤ ਦੇ ਸੰਵਿਧਾਨ ਦੇ ਕਿਸ ਭਾਗ ਵਿੱਚ ਹੈ? ਅਨੁਛੇਦ 32 ਇਹ ਰਿਟਾਂ ਨਾਲ ਸੰਬੰਧਿਤ ਹੈ। ਭਾਗ ਦੂਜੇ ਵਿੱਚ, ਤੀਜੇ ਵਿੱਚ, ਚੌਥੇ ਵਿੱਚ ਜਾਂ ਭਾਗ ਪਹਿਲੇ ਵਿੱਚ? ਅਨੁਛੇਦ 32 ਅਧਿਕਾਰਾਂ ਨਾਲ ਸੰਬੰਧਿਤ ਹੈ ਅਤੇ ਅਧਿਕਾਰ ਆਪਾਂ ਪਰ ਕਰਕੇ ਆਏ ਹਾਂ ਪ੍ਰਸ਼ਨ। ਇਸ ਦਾ ਸਹੀ ਉੱਤਰ ਹੈ 32 ਹੈ, ਭਾਗ 3 ਦੇ ਵਿੱਚ। ਅਨੁਛੇਦ 32 ਅਨੁਸਾਰ ਕਿੰਨੇ ਨਿਆਇਕ ਆਰਡਰ ਹਨ, ਮਤਲਬ ਰਿਟ ਹਨ? ਇਹ ਪ੍ਰਸ਼ਨ ਪੁੱਛ ਹੀ ਲਿਆ ਜਾਂਦਾ ਲਗਭਗ ਹਰ ਵਾਰ। 3 ਤਰ੍ਹਾਂ ਦੀ, 5, 4 ਤਰ੍ਹਾਂ ਦੇ ਜਾਂ 7 ਤਰ੍ਹਾਂ ਦੇ ਰਿਟ ਹਨ। ਕਿੰਨੇ ਤਰ੍ਹਾਂ ਦੀ ਰਿਟ ਜਾਰੀ ਕਰ ਸਕਦੀ ਹੈ ਜੇਕਰ ਆਪਾਂ ਆਪਣਾ ਕੋਈ ਅਧਿਕਾਰ ਲੈਣ ਲਈ ਜਾਂਦੇ ਹਾਂ? 5 ਤਰ੍ਹਾਂ ਦੀ ਰਿਟ ਤੁਸੀਂ ਜਾਣਦੇ ਹੋ। ਸਮਵਰਤੀ ਸੂਚੀ ਕਿਸ ਦੇਸ਼ ਤੋਂ ਲਈ ਗਈ ਹੈ? ਆਸਟ੍ਰੇਲੀਆ, ਜਰਮਨੀ, ਦੱਖਣੀ ਅਫਰੀਕਾ। ਸਮਵਰਤੀ ਸੂਚੀ ਮਤਲਬ ਜਿਹਦੇ ਵਿੱਚ ਸਾਂਝੇ ਵਿਸ਼ੇ ਆ,
ये तिन्ने सूचियां याद कर लेना, केंद्र सूची, राज सूची, एक समवर्ती सूची, किन्ने किन्ने विषय इन्हां दे विच। ये बाकी वध घट मिलते रहंदे, थोड़ा जिहा अंदाजा जिहा लै लेना। समवर्ती सूची वाला जिहड़ा सिस्टम है ये आस्ट्रेलिया तो लिया गया। भारतीय संविधान विच ये समवर्ती सूची विच कुछ एक विषय है जिहड़े जिहदे विच केंद्र ते राज सरकार दोनों मिल के काम करदियां। उहदे विच 3-4 विषय मुख जे है, उन्होंने जिवें सिक्ख्या जां कोई होर है, उन्होंने चंगी तरह याद कर लेना। भारतीय संविधान विच सोध की प्रक्रिया किस देश तो ली गई है? जर्मनी, रूस, आयरलैंड, दक्षिणी अफ्रीका। सोध वाला जिहड़ा सिस्टम है किहड़े देश तो लिया गया, ये तुसीं जाणदे हो। उत्तर नंबर साडा हाँ जी दक्षिणी अफ्रीका, ठीक है। राज सभा के मैंबरां की नियुक्ति किस देश तो ली गई है? दक्षिणी अफ्रीका, उत्तरी अमरीका, आयरलैंड जां जर्मनी तो। राज सभा के मैंबर जिहड़े उन्हां की नियुक्ति की जाती है, वो सिस्टम किहड़े देश तो लिया गया कि इस तरह नियुक्ति करिया करांगे? इसका सही उत्तर है दक्षिणी अफ्रीका। भारतीय संविधान की किहड़ी अनुसूची विच राज्यां ते केंद्र शासित प्रदेशों की सूची दी गई है? भारतीय संविधान की किहड़ी अनुसूची है जिहदे विच राज्यां दी ते केंद्र शासित प्रदेशों की गल की गई है, उन्होंने सूची दी गई है। पहली दे विच, तीजी, 8वीं जां फिर 12वीं अनुसूची दे विच? इसका सही उत्तर है पहली अनुसूची दे विच। पारेमाता आर्टोरिया किस देश की संसद का नाम है? जापान की, आस्ट्रेलिया की, न्यूजीलैंड जां फिर यूक्रेन? यूक्रेन नाल संबंधित भी कर लेना सवाल एक दो। पारेमाता आर्टोरिया जिहड़ा ये संसद है जिहड़ी ये है न्यूजीलैंड की। WHO के प्रमुख कौन है तो इसका हैड क्वार्टर कित्थे है? WHO का नाम देख लेना, टैडरोस एडहानम गैब्रियसस, हेग दे विच ये ਉਹਦੇ हैड का नाम है, तो यदा हैड क्वार्टर कित्थे, उस जगह का नाम है टैडरोस एडहानम गैब्रियसस जनेवा, जां पास्कल लेमी दा हेग, जां पास्कल लेमी जनेवा। तुसीं जानते हो जनेवा दे विच है, तो जनेवा वाला किहड़ा सही है इन्हां दे विचों? एक तुहानूं दस्सिया सी कि मैं लिंक दे रहा इस वीडियो के नीचे, वीडियो देखने तो बाद वो लिंक नूं तुसीं अपना किते शेयर कर लेना जां एक बार उसनूं चला लेना तो अपनी प्लेलिस्ट बना लेना। ਉਹਦੇ ਵਿੱਚ ਰਾਜਨੀਤੀ ਦਾ ਸਾਰਾ ਹੀ ਸਿਲੇਬਸ ਹੈ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਇਆ ਗਿਆ। ਉਹਨਾਂ ਵਧੀਆ ਤਰੀਕੇ ਨਾਲ ਹੁਣ ਕਰਵਾਇਆ ਜਾਵੇਗਾ ਨਹੀਂ ਕਿਸੇ ਤੋਂ, ਕਿਉਂਕਿ ਖੁੱਲ੍ਹਾ ਡੁੱਲਾ ਸਮਾਂ ਹੁੰਦਾ ਸੀ। ਰਾਸ਼ਟਰਪਤੀ ਨਾਲ ਸਵਾਲ ਲੱਭਣ ਤੁਰੇ ਤਾਂ ਰਾਸ਼ਟਰਪਤੀ ਨਾਲ ਹੀ 60-70 ਸਵਾਲ ਲੱਭ ਲਏ, ਕੋਈ ਕਿਤਾਬ ਛੱਡੀ ਨਹੀਂ, ਚਾਹੇ 20-20 30-30 ਕਿਤਾਬਾਂ ਵੀ ਖਰੀਦਣੀਆਂ ਪਈਆਂ ਉਹਦੇ ਲਈ। ਅਤੇ ਰਾਜਪਾਲ ਕਰਨ ਲੱਗੇ ਤਾਂ ਰਾਜਪਾਲ ਨਾਲ ਹੀ ਕੀਤੇ। ਇੰਨਾ ਤੁਸੀਂ ਵੀ ਖਲਿਆਰਾ ਨਹੀਂ ਪਾ ਸਕੋਗੇ, ਇਸ ਕਰਕੇ ਚੰਗੀ ਤਰ੍ਹਾਂ ਤਿਆਰੀ ਕਰ ਲੈਣਾ ਉਹਨਾਂ ਲਿੰਕ ਤੋਂ। ਟੈਸਟ ਵੀ ਆ ਉਹਨਾਂ ਦੇ ਵਿੱਚ, ਥੋੜ੍ਹਾ ਜਿਹਾ ਸਪੀਡ 1.25 'ਤੇ ਕਰ ਲੈਣਾ। ਇਸ ਦਾ ਸਹੀ ਉੱਤਰ ਹੈ, ਉੱਤਰ ਨੰਬਰ ਸਾਡਾ, ਰੁਕ ਜਾ ਪੁੱਤ, ਕੌਣ ਆ? ਦੇਖ ਲਓ ਬਾਹਰ। ਇਹਦਾ ਉੱਤਰ ਆਪਣਾ ਅਸੀਂ ਕਰ ਲਿਆ ਕਿ ਰਹਿੰਦਾ ਹਜੇ? 2 ਨੰਬਰ ਉੱਤਰ, ਟੈਡਰੋਸ एडहानम गैब्रियसस जनेवा। अगला प्रश्न, UN का वर्तमान जनरल सैकटरी अपना आएगा है, सैकटरी जनरल कौन है? बान की मून, कॉफी अनन, एंटोनियो गुटेरस या फिर व्लादिमीर पुतिन? गुटेरस। UN का वर्तमान सैकटरी जनरल कौन है? इसका सही उत्तर है, उत्तर नंबर साडा 3, एंटोनियो गुटेरस। BIMSTEC ਇਹਦਾ पूरा नाम भी याद कर लेना। दे किन्ने मैंबर हैं?
6 ਜੂਨ 1997 ਦੇ ਵਿੱਚ ਇਹ ਬਣਿਆ। 7 ਮੈਂਬਰ ਹੈ ਇਸ ਦੇ, 16 ਹੈ ਜਾਂ 8 ਹੈ ਜਾਂ ਫਿਰ 24 ਹੈ। ਪੂਰਾ ਨਾਮ ਹੈ ਇਸ ਦਾ ਬੇ ਆਫ ਬੰਗਾਲ ਇਨੀਸ਼ੀਏਟਿਵ ਫॉर ਮਲਟੀ ਸੈਕਟੋਰਲ ਟੈਕਨੀਕਲ ਐਂਡ ਇਕੋਨਮਿਕ ਕੋਆਪਰੇਸ਼ਨ। ਦੇਖ ਲੈਣਾ ਵੀ ਚੰਗੀ ਤਰ੍ਹਾਂ ਯਾਦ ਕਰ ਲੈਣਾ। ਇਸ ਦਾ ਆਪਣਾ ਸਹੀ ਉੱਤਰ ਹੈ ਉੱਤਰ ਨੰਬਰ ਸਾਡਾ 7 ਮੈਂਬਰ ਹੈ ਇਸ ਦੇ, BIMSTEC। GST ਨੂੰ ਕਿਹੜੀ ਸੋਧ ਦੁਆਰਾ ਅਧਿਨਿਯਮ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ? ਇਹ 3 ਸਵਾਲ ਆ ਅਗਲੇ, ਇਹਨਾਂ ਨੂੰ ਯਾਦ ਰੱਖ ਲੈਣਾ ਹਮੇਸ਼ਾ ਲਈ। ਦੇਖ ਲਵੋ ਵੀ ਇਸ ਦਾ ਕੀ ਉੱਤਰ ਆਵੇਗਾ। ਕਿਹੜੀ ਸੋਧ ਦੁਆਰਾ GST ਲਿਆਂਦਾ ਗਿਆ, ਪੇਸ਼ ਕੀਤਾ ਗਿਆ ਸੀ ਅਧਿਨਿਯਮ ਦੇ ਰੂਪ ਵਿੱਚ? 100, 101, 103, 102। ਇਹਦਾ ਮਤਲਬ ਹੈ ਗੁੱਡ ਐਂਡ ਸਰਵਿਸ ਟੈਕਸ। 1 ਜੁਲਾਈ 2017 ਦੇ ਵਿੱਚ ਹੋਂਦ ਵਿੱਚ ਆਇਆ। ਇਹ ਸੋਧ ਸੀ GST ਲਿਆਉਣ ਵਾਲੀ। ਉੱਤਰ ਨੰਬਰ ਸਾਡਾ 101, 2 ਨੰਬਰ ਉੱਤਰ 101ਵੀਂ ਸੋਧ ਸੀ। ਆਮ ਜਨਰਲ ਵਰਗ ਦੇ EWS ਨੂੰ 10% ਰਾਖਵਾਂਕਰਨ ਸਰਕਾਰੀ ਸੰਸਥਾਵਾਂ ਤੇ ਸਰਕਾਰੀ ਨੌਕਰੀਆਂ ਦੇ ਵਿੱਚ ਕਿਸ ਸੋਧ ਦੁਆਰਾ ਪ੍ਰਦਾਨ ਕੀਤਾ ਗਿਆ ਹੈ? ਕਿਹੜੀ ਸੋਧ ਦੁਆਰਾ ਇਹ 10% ਜਿਹੜਾ ਕੋਟਾ ਜਨਰਲ ਵਰਗ ਦੇ ਲਈ ਰੱਖਿਆ ਗਿਆ? ਬਹੁਤ ਵਿਦਿਆਰਥੀਆਂ ਨੂੰ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਅਪਲਾਈ ਕਰਨ ਤੋਂ ਪਹਿਲਾਂ ਜੇਕਰ 5 ਕਿੱਲਿਆਂ ਤੋਂ ਘੱਟ ਜ਼ਮੀਨ ਹੈ, ਭਲਾਂ ਦੀ 1 ਕਨਾਲ ਵੀ ਘੱਟ ਆ, ਤਾਂ ਆਪਣਾ ਸਰਟੀਫਿਕੇਟ ਬਣਾ ਕੇ ਹੀ ਅਪਲਾਈ ਕਰਨਾ ਅਤੇ ਇਸੇ ਕੈਟਾਗਰੀ ਵਿੱਚ ਹੀ ਅਪਲਾਈ ਕਰਨਾ। ਚਾਹੇ ਕੋਈ ਕੁਝ ਕਹੀ ਜਾਵੇ ਤੁਹਾਨੂੰ ਕਿ ਜਨਰਲ 'ਚ ਇਹ ਜੇ EWS ਵਿੱਚ ਕਰੋਗੇ ਤਾਂ ਇਸ ਵਿੱਚ ਹੀ ਗਿਣਿਆ ਜਾਵੇਗਾ, ਨਹੀਂ, ਜਨਰਲ ਦੇ ਵਿੱਚ ਤਾਂ ਆਉਣਾ ਹੀ ਆਉਣਾ, ਚਾਹੇ ਕਿਸੇ ਵੀ ਕੈਟਾਗਰੀ ਵਿੱਚ ਤੁਸੀਂ ਅਪਲਾਈ ਕਰਿਆ, ਕੋਈ ਕੁਝ ਕਹੀ ਜਾਵੇ ਚਾਹੇ। ਪਰ ਫਿਰ ਵੀ ਕੁਝ ਵਿਦਿਆਰਥੀ ਪਤਾ ਨਹੀਂ ਕਿਉਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਗੱਲ। ਫਿਰ ਤੁਸੀਂ ਦੋਨੇ ਪਾਸੇ ਹੀ ਵਿਚਾਰੇ ਜਾਂਦੇ ਹੋ। ਚਲੋ ਪਹਿਲਾਂ ਇਸ ਦਾ ਉੱਤਰ ਕਰ ਲਵੋ। ਹੁਣ ਜਿਨ੍ਹਾਂ ਨੇ ਨਹੀਂ ਅਪਲਾਈ ਕਰਿਆ ਉਹ ਟੈਨਸ਼ਨ ਲੈਣਗੇ ਫਿਰ ਹੋਰ। ਇਸ ਦਾ ਉੱਤਰ ਹੈ 103। ਸੋਧ ਕੀਤੀ ਗਈ 103, 3 ਨੰਬਰ ਉੱਤਰ ਹੈ ਇਸ ਦਾ। EWS 10% ਰਾਖਵਾਂ ਕਰਨ ਵਾਲੇ ਦਾ। ਅੱਗੇ ਪ੍ਰਸ਼ਨ ਨੰਬਰ ਆਪਣਾ 78। ਸੋਧ 104 ਹੈ ਜੋ ਇਹ ਰਾਜ ਸਭਾ ਅਤੇ ਲੋਕ ਸਭਾ ਦੇ ਵਿੱਚ ਜਿਹੜੇ ਐਗਲੋ ਇੰਡੀਅਨ ਜਾਤੀ ਦੇ ਆਪਾਂ ਕਰਦੇ ਹੁੰਦੇ ਸੀ ਕਿ ਮੈਂਬਰ ਨਾਮਜ਼ਦ ਕੀਤੇ ਜਾਂਦੇ ਆ ਰਾਸ਼ਟਰਪਤੀ ਦੁਆਰਾ, ਉਹ ਸਿਸਟਮ ਆ ਜਿਹੜਾ ਬੰਦ ਕੀਤਾ ਗਿਆ ਸੋਧ 104 ਦੇ ਦੁਆਰਾ। ਠੀਕ ਹੈ ਜੀ। ਕਿੰਨੇ ਪ੍ਰਸ਼ਨ ਠੀਕ ਗਏ ਗਲਤ ਗਏ ਉਹ ਕਮੈਂਟ ਜ਼ਰੂਰ ਕਰ ਦੇਣਾ, ਫਿਰ ਆਪਾਂ ਉਸ ਹਿਸਾਬ ਨਾਲ ਤਿਆਰੀ ਕਰਾਂਗੇ। ਅਤੇ ਅਗਲੇ ਪ੍ਰਸ਼ਨਾਂ ਦੀ ਜਿਹੜੀ ਤੁਸੀਂ ਤਿਆਰੀ ਕਰਨੀ ਆ ਉਹਦਾ ਲਿੰਕ ਮੈਂ ਤੁਹਾਨੂੰ ਨੀਚੇ ਦੇ ਰਿਹਾ, ਉਹਨਾਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਦੇਖ ਲੈਣਾ ਪੂਰੇ ਧਿਆਨ ਨਾਲ। ਉਹਨਾਂ ਨੂੰ ਕਰਨ ਤੋਂ ਬਾਅਦ ਹੀ ਫਿਰ ਕੋਈ ਰਾਜਨੀਤੀ ਦੀ ਕਿਤਾਬ ਚੱਕਣਾ। ਕਿਤਾਬਾਂ ਦੇ ਵਿੱਚ ਤੁਸੀਂ ਸਵਾਲਾਂ ਦੀ ਕਿਤਾਬ ਤਾਂ ਪੜ੍ਹ ਹੀ ਲਈ ਹੋਣੀ ਆ। ਇਹ ਜਿਹੜਾ SST ਦਾ ਪੇਪਰ ਆ ਉਹ ਕਾਫੀ ਵਧੀਆ ਆ ਜਾਂਦੇ ਆ ਪ੍ਰਸ਼ਨਾਂ ਦੇ ਵਿੱਚ। ਲੂਸ ਐਂਡ ਦੀ ਕਿਤਾਬ ਹੈ, ਅਰੀਹੰਤ ਦੀ ਕਿਤਾਬ ਹੈ ਹਿੰਦੀ ਦੇ ਵਿੱਚ, ਰਾਜਨੀਤੀ ਦਾ ਲక్ష్ਮੀਕਾਂਤ ਦੀ ਕਿਤਾਬ ਹੈ। ਪਰ ਹੁਣ ਸਾਰੀਆਂ ਕਿਤਾਬਾਂ ਦਾ ਤੁਸੀਂ ਖਲਿਆਰਾ ਨਾ ਪਾਉਣਾ, ਆਪਣਾ ਜੋ ਵੀ ਪੜ੍ਹ ਰਹੇ ਉਹਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ। ਪੁਰਾਣੇ ਪੇਪਰ ਵੀ ਦੇਖ ਲੈਣਾ, ਉਹਨਾਂ 'ਚ ਵੀ ਆ ਗਿਆ ਸੀ ਪਿਛਲੀ ਵਾਰ ਸਾਰਾ ਪੇਪਰ ਹੀ। ਉਹ ਮੈਂ ਪੇਪਰ ਤੋਂ 2 ਦਿਨ ਹੀ ਪਹਿਲਾਂ ਕਿਹਾ ਸੀ ਕਿ ਪੁਰਾਣੇ ਪੇਪਰ ਪੜ੍ਹ ਕੇ ਹੀ ਜਾਣਾ, ਅਤੇ 3-4 ਵਿਦਿਆਰਥੀ ਮੇਰੇ ਨਾਲ ਦੀ ਪੜ੍ਹ ਕੇ ਹੀ ਗਏ ਸੀ, ਮੇਰੇ ਕੋਲ ਹੀ ਲੈ ਗਏ ਸੀ, ਅਤੇ ਉਹ ਉਵੇਂ ਹੀ ਬਣਿਆ ਪੇਪਰ ਆ ਗਿਆ ਅਤੇ ਉਵੇਂ ਕਰਕੇ ਆ ਗਏ। ਪੜ੍ਹੇ ਵੀ ਕਦੇ ਪੂਰਾ ਸਾਲ ਨਹੀਂ ਸੀ, 10 ਕੁ ਦਿਨ ਪੜ੍ਹ ਕੇ ਹੀ ਕਈ ਵਾਰੀ ਚੱਲ ਜਾਂਦਾ ਕੰਮ ਕਿਸੇ ਦਾ। ਠੀਕ ਹੈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।